ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 14 ਸਤੰਬਰ ਹੈ, ਦਿਨ ਬੁੱਧਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 29 ਭਾਦੋਂ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਘਰ-ਘਰ ਆਟਾ ਵੰਡਣ ਦੀ ਯੋਜਨਾ ਤੇ ਰੋਕ ਲਾ ਦਿੱਤੀ ਹੈ। ਪੰਜਾਬ 'ਚ ਇਹ ਯੋਜਨਾ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ। ਸਰਕਾਰ ਨੇ ਸੂਬੇ ਨੂੰ 8 ਜ਼ੋਨਾਂ ਦੇ ਵਿੱਚ ਵੰਡ ਕੇ ਘਰ-ਘਰ ਆਟਾ ਵੰਡਣ ਦੀ ਸਕੀਮ ਸ਼ੁਰੂ ਕਰ ਦੇਣੀ ਸੀ। ਹਾਈ ਕੋਰਟ ਦਾ ਇਹ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਵੱਡਾ ਝਟਕਾ ਹੈ, ਕਿਉਂਕਿ ਇਸ ਯੋਜਨਾ ਨੂੰ ਸਰਕਾਰ ਦੇ ਵੱਲੋਂ ਜ਼ੋਰ-ਸ਼ੋਰ ਦੇ ਨਾਲ ਪ੍ਰਚਾਰਿਆ ਜਾ ਰਿਹਾ ਸੀ ਅਤੇ ਸ਼ੁਰੂ ਕਰਨ ਵੇਲੇ ਵੀ ਇਸ ਦੇ ਪ੍ਰਚਾਰ ਤੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਣੇ ਸੀ, ਜ਼ਾਹਿਰ ਤੌਰ ਤੇ ਜਿਵੇਂ ਕਿ ਹਰੇਕ ਫੈਸਲੇ ਤੋਂ ਬਾਅਦ ਕੀਤੇ ਜਾਂਦੇ ਨੇ। ਪੰਜਾਬ ਕੈਬਨਿਟ ਨੇ 3 ਮਈ ਨੂੰ ਇਸ ਯੋਜਨਾ ਨੂੰ ਹਰੀ ਝੰਡੀ ਦਿੱਤੀ ਸੀ। ਮਾਰਕਫੈਡ ਨੂੰ ਇਹ ਕੰਮ ਕਰਨ ਦੀ ਪੂਰੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਹੋਮ ਡਿਲੀਵਰੀ ਦੇ ਲਈ ਟੈਂਡਰ ਆਦਿ ਦਾ ਕੰਮ ਚੱਲ ਰਿਹਾ ਸੀ। ਦਰਅਸਲ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਦੇ ਵਿੱਚ NFSA ਡਿਪੂ ਹੋਲਡਰ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਉਸ ਤੋਂ ਬਾਅਦ ਡਿਪੂ ਹੋਲਡਰ ਫੈਡਰੇਸ਼ਨ ਤੇ ਪੰਜਾਬ ਰਾਜ ਡਿਪੂ ਹੋਲਡਰ ਯੂਨੀਅਨ ਨੇ ਵੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਸੁਣਵਾਈ ਕਰਦਿਆਂ ਜਸਟਿਸ ਵਿਕਾਸ ਸੂਰੀ ਨੇ ਇਹ ਫੈਸਲਾ ਸੁਣਾਇਆ ਹੈ। ਪਤਾ ਲੱਗਿਆ ਕਿ ਕੌਮੀ ਖੁਰਾਕ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਤਕਨੀਕੀ ਆਧਾਰ ਤੇ ਵਿੱਤੀ ਬੋਝ ਦੇ ਨਜ਼ਰੀਏ ਤੋਂ ਨਵੀਂ ਯੋਜਨਾ ਤੇ ਰੋਕ ਲਾਈ ਗਈ ਹੈ। ਇਸ ਕੇਸ ਦੀ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਨੋਟਿਸ ਜਾਰੀ ਕਰ ਦਿੱਤਾ ਹੈ। ਹਾਈ ਕੋਰਟ ਦੇ ਇਸ ਫੈਸਲੇ ਨੂੰ ਯੂਨੀਅਨ ਨੇ ਬੜੀ ਰਾਹਤ ਵਾਲਾ ਫੈਸਲਾ ਦੱਸਿਆ ਹੈ। ਪੰਜਾਬ ਰਾਜ ਡਿਪੂ ਹੋਲਡਰ ਯੂਨੀਅਨ ਸਿੱਧੂ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਮੁਤਾਬਿਕ ਇਹ ਸਕੀਮ ਡਿਪੂ ਹੋਲਡਰਾਂ ਨੂੰ ਬੇਰੁਜ਼ਗਾਰੀ ਵੱਲ ਧੱਕਣ ਵਾਲੀ ਸੀ। ਉਹਨਾਂ ਕਿਹਾ ਕਿ ਆਟੇ ਦੀ ਹੋਮ ਡਿਲੀਵਰੀ ਨਾ ਤਾਂ ਲੋਕਾਂ ਦੀ ਮੰਗ ਸੀ, ਨਾ ਹੀ ਇਸ ਸਕੀਮ ਦੇ ਵਿੱਚ ਡਿਪੂ ਹੋਲਡਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਸਰਕਾਰ ਦੇ ਵੱਲੋਂ ਪਹਿਲੇ ਪੜਾਅ ਦੇ ਵਿੱਚ 1 ਜ਼ੋਨ 'ਚ ਹੋਮ ਡਿਲੀਵਰੀ ਸ਼ੁਰੂ ਕੀਤੀ ਜਾਣੀ ਸੀ, ਦੂਸਰੇ ਪੜਾਅ ਵਿੱਚ 2 ਜ਼ੋਨਾਂ ਤੇ ਤੀਜੇ ਪੜਾਅ ਦੇ ਵਿੱਚ ਬਾਕੀ ਰਹਿੰਦੇ 5 ਜ਼ੋਨਾਂ ਦੇ ਵਿੱਚ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਕੀਤੀ ਜਾਣੀ ਸੀ। ਪੂਰੇ ਪੰਜਾਬ ਨੂੰ 8 ਜ਼ੋਨਾਂ ਦੇ ਵਿੱਚ ਵੰਡਿਆ ਗਿਆ ਸੀ। ਸੂਬੇ ਦੇ ਕਰੀਬ 40 ਲੱਖ ਘਰਾਂ ਨੂੰ ਆਟੇ ਦੀ ਹੋਮ ਡਿਲੀਵਰੀ ਦੇਣ ਦੇ ਲਈ ਕਰੀਬ 670 ਕਰੋੜ ਰੁਪਏ ਸਰਕਾਰ ਦੇ ਵੱਲੋਂ ਖਰਚੇ ਜਾਣੇ ਸੀ। ਹਾਲਾਂਕਿ ਕਈ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਐਲਾਨ ਕੀਤਾ ਸੀ ਕਿ ਲਾਭਪਾਤਰੀਆਂ ਨੂੰ ਖੁੱਲ੍ਹ ਹੋਵੇਗੀ, ਉਹਨਾਂ ਦੀ ਮਰਜ਼ੀ ਹੋਵੇਗੀ ਕਿ ਉਹਨਾਂ ਨੇ ਆਟਾ ਲੈਣਾ ਹੈ ਜਾਂ ਫਿਰ ਕਣਕ ਲੈਣੀ ਹੈ। ਜੋ ਵੀ ਉਹਨਾਂ ਨੇ ਲੈਣਾ ਹੋਏਗਾ ਉਹਨਾਂ ਨੂੰ ਘਰੋਂ ਘਰੀ ਪਹੁੰਚਾਇਆ ਜਾਊਗਾ। 1 ਸਾਲ ਦੇ ਵਿੱਚ ਕਰੀਬ 72,500 ਮੀਟ੍ਰਿਕ ਟਨ ਅਨਾਜ ਦੀ ਹੋਮ ਡਿਲੀਵਰੀ ਦਿੱਤੀ ਜਾਣੀ ਸੀ। ਪਰ ਇਸ ਸਕੀਮ ਦੇ ਨਾਲ ਡਿਪੂ ਹੋਲਡਰਾਂ ਨੂੰ ਆਪਣਾ ਰੁਜ਼ਗਾਰ ਖੁੱਸਣ ਦਾ ਖਦਸ਼ਾ ਸੀ। ਸੂਬੇ ਦੇ ਵਿੱਚ ਕਰੀਬ 19,000 ਡਿਪੂ ਨੇ, ਜਿਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਲੈ ਕੇ ਸੁਰੱਖਿਆ ਮਿਸ਼ਨ ਤਹਿਤ ਕਣਕ ਲੋਕਾਂ ਨੂੰ ਵੰਡੀ ਜਾਂਦੀ ਹੈ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਡਿਪੂ ਹੋਲਡਰਾਂ ਨੂੰ ਬਿਨਾਂ ਕੋਈ ਸਹੂਲਤ ਦਿੱਤੇ ਨਵੀਂ ਯੋਜਨਾ ਉਲੀਕ ਦਿੱਤੀ ਹੈ, ਜਿਸ ਨਾਲ ਡਿਪੂ ਹੋਲਡਰਾਂ ਤੇ ਖਪਤਕਾਰਾਂ ਨੂੰ ਖੱਜਲ ਖੁਆਰ ਹੋਣਾ ਪਊਗਾ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਦੂਜਾ ਝਟਕਾ ਹੈ, ਕਿਉਂਕਿ ਇਸ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਚੁਣੌਤੀ ਮਿਲਣ ਤੋਂ ਬਾਅਦ ਨਵੀਂ ਲੇਬਰ ਨੀਤੀ ਤੇ ਸੋਧੀ ਹੋਈ ਟਰਾਂਸਪੋਰਟ ਨੀਤੀ ਤੋਂ ਵੀ ਪੰਜਾਬ ਸਰਕਾਰ ਨੂੰ ਹੱਥ ਖਿੱਚਣੇ ਪਏ ਨੇ। ਤੇ ਉਸ ਤੋਂ ਵੀ ਪਹਿਲਾਂ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਨਵੀਂ ਆਬਕਾਰੀ ਨੀਤੀ ਤੇ ਵੀ ਹਾਲ ਦੀ ਘੜੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ। ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਕਥਿਤ ਆਡੀਓ ਲੀਕ ਹੋਣ ਤੋਂ ਬਾਅਦ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਛਾਂਟੀ ਹੋ ਸਕਦੀ ਹੈ, ਕਿਉਂਕਿ ਆਡੀਓ ਲੀਕ ਹੋਣ ਤੋਂ ਬਾਅਦ ਕਾਂਗਰਸ ਦੇ ਵੱਲੋਂ ਅਤੇ ਅਕਾਲੀ ਦਲ ਦੇ ਵੱਲੋਂ ਲਗਾਤਾਰ ਆਪ ਸਰਕਾਰ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਕਾਂਗਰਸ ਜਿੱਥੇ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਦੇ ਵਿੱਚੋਂ ਹਟਾਉਣ ਦੀ ਮੰਗ ਕਰ ਰਹੀ ਹੈ, ਜਾਂਚ ਕਰਨ ਦੀ ਮੰਗ ਕਰ ਰਹੀ ਹੈ, ਉੱਥੇ ਅਕਾਲੀ ਦਲ ਨੇ ਵੀ CBI ਜਾਂਚ ਦੀ ਮੰਗ ਕੀਤੀ ਹੈ। ਤੇ ਹੁਣ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਖ ਦਾ ਤੇ ਲੱਗੀ ਹੋਈ ਹੈ। ਆਪਣੇ ਆਪ ਨੂੰ ਇਮਾਨਦਾਰ ਕਹਾਉਣ ਵਾਲੀ ਪਾਰਟੀ ਜੇ ਕਾਰਵਾਈ ਨਹੀਂ ਵੀ ਕਰਦੀ ਤਾਂ ਵੀ ਵੱਡੇ ਰੂਪ ਦੇ ਵਿੱਚ ਘਿਰ ਸਕਦੀ ਹੈ। ਸੂਤਰਾਂ ਮੁਤਾਬਿਕ ਰਾਜ ਸਭਾ ਮੈਂਬਰ ਰਾਘਵ ਚੱਡਾ ਇਸ ਮਾਮਲੇ ਨੂੰ ਨੇੜਿਓਂ ਦੇਖ ਰਹੇ ਨੇ ਤੇ ਰਾਘਵ ਚੱਡਾ ਨੇ ਕੈਬਨਿਟ ਮੰਤਰੀ ਸਰਾਰੀ ਅਤੇ ਉਸਦੇ ਪੁਰਾਣੇ SDM ਤਰਸੇਮ ਲਾਲ ਕਪੂਰ ਦੇ ਨਾਲ ਵੱਖੋ ਵੱਖਰੇ ਤੌਰ ਤੇ ਮੀਟਿੰਗ ਵੀ ਕੀਤੀ ਗਈ ਹੈ। ਤਰਸੇਮ ਲਾਲ ਕਪੂਰ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਇਹ ਆਡੀਓ ਮੁੱਖ ਮੰਤਰੀ ਦੇ ਵੱਲੋਂ ਜਾਰੀ ਕੀਤੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਤੇ ਉਸਨੇ ਖੁਦ ਭੇਜੀ ਹੈ ਤੇ ਵਾਇਰਲ ਹੋਈ ਆਡੀਓ ਦੇ ਵਿੱਚ ਫੌਜਾ ਸਿੰਘ ਸਰਾਰੀ ਦੀ ਗੱਲ ਤਰਸੇਮ ਲਾਲ ਕਪੂਰ ਦੇ ਨਾਲ ਹੀ ਹੋ ਰਹੀ ਹੈ। ਤੇ ਕੱਲ ਵਾਲੀ ਮੀਟਿੰਗ ਦੇ ਵਿੱਚ ਤਰਸੇਮ ਲਾਲ ਨੇ ਮੰਤਰੀ ਦੇ ਖਿਲਾਫ ਸਬੂਤ ਵੀ ਰਾਘਵ ਚੱਡਾ ਨੂੰ ਸੌਂਪੇ ਨੇ। ਸੂਤਰ ਦੱਸਦੇ ਨੇ ਕਿ ਰਾਘਵ ਚੱਡਾ ਨੇ ਕੌਮੀ ਸੁਪਰੀਮੋ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਮੁੱਦੇ ਤੋਂ ਜਾਣੂ ਕਰਵਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਵਕਤ ਜਰਮਨੀ ਦੌਰੇ ਤੇ ਹਨ। ਉਹਨਾਂ ਨੇ ਵੀ ਕਹਿੰਦੇ ਪੂਰੀ ਰਿਪੋਰਟ ਇਸ ਮਾਮਲੇ ਦੀ ਲੈ ਲਈ ਹੈ ਤੇ ਮੁੱਖ ਮੰਤਰੀ ਇਸ ਮਾਮਲੇ ਦੇ ਵਿੱਚ ਸਖਤ ਕਦਮ ਚੁੱਕਣਾ ਚਾਹੁੰਦੇ ਨੇ। ਪਰ ਹਾਲ ਦੀ ਘੜੀ ਜਦੋਂ ਆਮ ਆਦਮੀ ਪਾਰਟੀ ਨੇ ਕੱਲ ਇਲਜ਼ਾਮ ਲਾਇਆ ਕਿ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਨੂੰ 1-2 ਦਿਨ ਤੱਕ ਟਾਲਿਆ ਜਾ ਸਕਦਾ ਹੈ। ਦਰਅਸਲ ਜਿਹੜੀ ਆਡੀਓ ਵਾਇਰਲ ਹੋਈ ਸੀ ਉਸ ਦੇ ਵਿੱਚ ਸਾਫ਼-ਸਾਫ਼ ਤੌਰ ਤੇ ਸੁਣਿਆ ਜਾ ਸਕਦਾ ਹੈ ਕਿ ਕਿਸੇ ਸੌਦੇਬਾਜ਼ੀ ਦੀ ਗੱਲ ਕੀਤੀ ਜਾ ਰਹੀ ਹੈ।
ਹੁਣ ਦੇਖਣਾ ਹੋਊਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਸਲੇ ਤੇ ਕੀ ਫੈਸਲਾ ਲੈਂਦੀ ਹੈ। ਅਹਿਮ ਖਬਰ ਕੋਵਿਡ ਦੌਰਾਨ ਹੋਈਆਂ ਮੌਤਾਂ ਦੇ ਨਾਲ ਜੁੜੀ ਹੋਈ ਹੈ, ਖਾਸ ਕਰਕੇ ਉਹਨਾਂ ਮੌਤਾਂ ਦੇ ਨਾਲ ਜਿਹੜੀਆਂ ਆਕਸੀਜਨ ਦੀ ਕਮੀ ਕਰਕੇ ਹੋਈਆਂ ਸੀ। ਸੰਸਦੀ ਕਮੇਟੀ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਕੋਵਿਡ-19 ਦੌਰਾਨ ਆਕਸੀਜਨ ਦੀ ਕਿੱਲਤ ਕਰਕੇ ਹੋਈਆਂ ਮੌਤਾਂ ਦਾ ਆਡਿਟ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਹੈ। ਕਮੇਟੀ ਨੇ ਕਿਹਾ ਹੈ ਕਿ ਆਡਿਟ ਦਾ ਅਮਲ ਸੂਬਿਆਂ ਦੇ ਤਾਲਮੇਲ ਨਾਲ ਕੀਤਾ ਜਾਵੇ ਤਾਂ ਕਿ ਕੋਵਿਡ ਦੌਰਾਨ ਹੋਈਆਂ ਮੌਤਾਂ ਬਾਰੇ ਮਜ਼ਬੂਤ ਦਸਤਾਵੇਜ਼ ਤਿਆਰ ਕੀਤੇ ਜਾ ਸਕਣ। ਕਮੇਟੀ ਨੇ ਕਿਹਾ ਹੈ ਕਿ ਉਹ ਆਕਸੀਜਨ ਦੀ ਘਾਟ ਕਾਰਨ ਕੋਵਿਡ-19 ਮੌਤਾਂ ਬਾਰੇ ਮੰਤਰਾਲੇ ਦੇ ਮੰਦਭਾਗੇ ਇਨਕਾਰ ਤੋਂ ਪਰੇਸ਼ਾਨ ਹੈ। ਕਮੇਟੀ ਨੇ ਹਦਾਇਤ ਕੀਤੀ ਹੈ, ਸਿਫਾਰਿਸ਼ ਕੀਤੀ ਹੈ ਕਿ ਮੰਤਰਾਲਾ ਬਹੁਤ ਬਰੀਕੀ ਦੇ ਨਾਲ ਆਕਸੀਜਨ ਦੀ ਕਿੱਲਤ ਕਰਕੇ ਹੋਈਆਂ ਕੋਵਿਡ ਮੌਤਾਂ ਦੀ ਘੋਖ ਕਰੇ, ਪੀੜਿਤ ਪਰਿਵਾਰਾਂ ਦੇ ਲਈ ਯੋਗ ਮੁਆਵਜ਼ਾ ਯਕੀਨੀ ਬਣਾਏ। ਸਿਹਤ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਨੇ ਲੰਘੇ ਦਿਨ ਰਾਜ ਸਭਾ ਨੂੰ 137ਵੀਂ ਰਿਪੋਰਟ ਵੀ ਸੌਂਪੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਰਮਨੀ ਦੌਰੇ ਦੀ ਗੱਲ ਕਰ ਲਈਏ ਤਾਂ BMW ਵੱਡੀ ਕੰਪਨੀ ਪੰਜਾਬ ਦੇ ਵਿੱਚ ਯੂਨਿਟ ਲਾਉਣ ਦੇ ਲਈ ਸਹਿਮਤ ਹੋ ਗਈ ਹੈ। ਮੁੱਖ ਮੰਤਰੀ ਨੇ BMW ਨੂੰ ਸੂਬੇ ਦੇ ਵਿੱਚ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਦੇ ਮਿਸਾਲੀ ਕੰਮਾਂ ਬਾਰੇ ਦੱਸਿਆ, ਜਿਸ ਤੋਂ ਬਾਅਦ BMW ਨੇ ਸੂਬੇ ਦੇ ਵਿੱਚ ਆਪਣੇ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਿਤ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਭਾਰਤ ਵਿੱਚ ਕੰਪਨੀ ਦਾ ਦੂਜਾ ਯੂਨਿਟ ਹੋਵੇਗਾ। ਪਹਿਲਾਂ ਅਜਿਹਾ ਇੱਕ ਯੂਨਿਟ ਚੇਨਈ ਦੇ ਵਿੱਚ ਕੰਮ ਕਰ ਚੁੱਕਿਆ। ਇਸ ਦੇ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲਣਗੇ। ਮੁੱਖ ਮੰਤਰੀ ਨੇ BMW ਨੂੰ ਈ-ਮੋਬਿਲਿਟੀ ਸੈਕਟਰ ਦੇ ਵਿੱਚ ਸੂਬੇ ਨਾਲ ਸਹਿਯੋਗ ਕਰਨ ਦਾ ਸੱਦਾ ਵੀ ਦਿੱਤਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸੂਬੇ ਦੇ ਸਰਹੱਦੀ ਇਲਾਕਿਆਂ ਦੇ ਦੌਰੇ ਤੇ ਹਨ। ਕੱਲ੍ਹ ਉਹ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸਰਹੱਦੀ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ। ਪ੍ਰੋਗਰਾਮ ਸਰਕਾਰੀ MR ਕਾਲਜ ਦੇ ਵਿੱਚ ਕਰਵਾਇਆ ਗਿਆ। ਰਾਜਪਾਲ ਨੇ ਕਿਹਾ ਕਿ ਸੂਬੇ ਦੇ 6 ਸਰਹੱਦੀ ਜ਼ਿਲ੍ਹੇ ਬਹੁਤ ਸੰਵੇਦਨਸ਼ੀਲ ਨੇ। ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਪਤਾ ਲੱਗ ਗਿਆ ਕਿ ਉਹ ਭਾਰਤ ਨਾਲ ਸਿੱਧੀ ਲੜਾਈ ਨਹੀਂ ਕਰ ਸਕਦਾ, ਇਸ ਲਈ ਨਸ਼ਿਆਂ ਰਾਹੀਂ ਸਾਡੀ ਜਵਾਨੀ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਹਨਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਗਲਤ ਕੰਮਾਂ ਵਿੱਚ ਲੱਗੇ ਲੋਕਾਂ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਵੀ ਕੀਤੀ। ਲੋਕਾਂ ਨੂੰ ਆਪਸੀ ਮਤਭੇਦ ਭੁਲਾ ਕੇ ਕੌਮੀ ਸੁਰੱਖਿਆ ਦੇ ਮੁੱਦੇ ਤੇ ਇਕਜੁੱਟ ਹੋਣ ਦਾ ਸੱਦਾ ਵੀ ਦਿੱਤਾ ਅਤੇ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ 30 ਸਰਹੱਦੀ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਤੇ ਮਿਸ਼ਨ ਆਬਾਦ 30 ਨੂੰ ਲੋਕ ਅਰਪਣ ਵੀ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ, ਅਪੀਲ ਕੀਤੀ ਹੈ ਕਿ ਇੰਡੀਆ ਗੇਟ ਤੇ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਬੁੱਤ ਲਾਏ ਜਾਣ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਤਿੰਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਬਦਲੇ ਹਰ ਥਾਂ ਉਹਨਾਂ ਦਾ ਮਾਣ ਕਰੀਏ। ਪੰਜਾਬ ਦੇ ਠੇਕਾ ਮੁਲਾਜ਼ਮਾਂ ਨੂੰ ਇਨਸਾਫ ਮਿਲਣ ਦੀ ਆਸ ਬੱਝੀ ਹੈ। ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਠੇਕਾ ਮੁਲਾਜ਼ਮਾਂ ਨੂੰ 30 ਸਤੰਬਰ ਤੱਕ ਉਹਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਕੱਲ SAS ਨਗਰ ਮੋਹਾਲੀ ਦੇ ਵਿੱਚ ਕੈਬਨਿਟ ਮੰਤਰੀ ਦੀ ਯੂਨੀਅਨ ਲੀਡਰਾਂ ਦੇ ਨਾਲ ਮੀਟਿੰਗ ਹੋਈ ਸੀ ਤੇ ਸਰਕਾਰ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਸੰਘਰਸ਼ ਕਮੇਟੀ ਨੇ ਅੱਜ ਤੋਂ ਸ਼ੁਰੂ ਕੀਤੇ ਜਾਣ ਵਾਲਾ ਲੜੀਵਾਰ ਸੰਘਰਸ਼ 30 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਪਰ ਨਾਲ ਹੀ ਕਿਹਾ ਕਿ ਜੇ 30 ਤੱਕ ਉਹਨਾਂ ਦੀਆਂ ਮੰਗਾਂ ਸਰਕਾਰ ਨੇ ਨਾ ਮੰਨੀਆਂ ਤਾਂ 5 ਅਕਤੂਬਰ ਨੂੰ ਦੁਸ਼ਹਿਰੇ ਮੌਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 7 ਅਕਤੂਬਰ ਨੂੰ ਧੂਰੀ ਵਿੱਚ ਮੁੱਖ ਮਾਰਗ ਵੀ ਜਾਮ ਕੀਤਾ ਜਾਊਗਾ। ਪੰਜਾਬ ਦੇ ਵੱਖ-ਵੱਖ ਘੁਟਾਲਿਆਂ ਦੀ ਖਬਰ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਜੰਗਲਾਤ ਘੁਟਾਲੇ ਦੀ ਗੱਲ ਕਰਾਂਗੇ। ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਜੰਗਲਾਤ ਘੁਟਾਲੇ ਦੇ ਵਿੱਚ ਨਾਮਜ਼ਦ ਅਧਿਕਾਰੀਆਂ ਖਿਲਾਫ ਕੇਸ ਚਲਾਉਣ ਦੇ ਲਈ ਪ੍ਰਵਾਨਗੀ ਦੇਣ ਦੇ ਮਾਮਲੇ ਤੇ ਜੰਗਲਾਤ ਵਿਭਾਗ ਦੇ ਰੁਖ ਨੇ ਮਾਮਲਾ ਥੋੜਾ ਪੇਚੀਦਾ ਬਣਾ ਦਿੱਤਾ ਹੈ। ਕਹਿ ਸਕਦੇ ਹਾਂ ਕਿ ਵਿਜੀਲੈਂਸ ਤੇ ਜੰਗਲਾਤ ਅਧਿਕਾਰੀਆਂ ਵਿਚਾਲੇ ਖਿੱਚੋਤਾਣ ਵੱਧ ਗਈ ਹੈ। ਟਕਰਾਅ ਵਾਲੇ ਹਾਲਾਤ ਬਣਦੇ ਜਾ ਰਹੇ ਨੇ। ਮੁੱਖ ਡਾਇਰੈਕਟਰ ਵਿਜੀਲੈਂਸ ਵਰਿੰਦਰ ਕੁਮਾਰ ਵੱਲੋਂ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਤੇ ਵਧੀਕ ਮੁੱਖ ਸਕੱਤਰ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਰਾਜੀਵ ਪੀ ਸ਼੍ਰੀਵਾਸਤਵਾ ਨੂੰ ਇੱਕ ਤੋਂ ਵੱਧ ਵਾਰੀ ਚਿੱਠੀ ਲਿਖੀ ਜਾ ਚੁੱਕੀ ਹੈ, ਪਰ ਵਿਭਾਗ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਖਤਿਆਰ ਕੀਤੇ ਰਵੱਈਏ ਤੋਂ ਸਪਸ਼ਟ ਹੈ ਕਿ ਇਸ ਕੇਸ ਦੇ ਵਿੱਚ ਸਾਬਕਾ ਮੰਤਰੀਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ, ਜਿਹੜਾ ਕੇਸ ਦਰਜ ਕੀਤਾ ਗਿਆ ਹੈ, ਉਹ ਕਮਜ਼ੋਰ ਪੈ ਜਾਊਗਾ ਕਿਉਂਕਿ ਵਿਜੀਲੈਂਸ ਦੇ ਵੱਲੋਂ ਦੋਵਾਂ ਸਾਬਕਾ ਮੰਤਰੀਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਸ਼ਨ ਬਾਰੇ ਫਾਈਲ ਸੰਸਦੀ ਮਾਮਲੇ ਵਿਭਾਗ ਨੂੰ ਭੇਜੀ ਜਾਣੀ ਹੈ। ਵਿਜੀਲੈਂਸ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋੜੀਂਦੀ ਪ੍ਰਵਾਨਗੀ ਨਾ ਦੇਣ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ, ਜਦਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਇਹ ਕਹਿੰਦੇ ਨੇ ਕਿ ਵਿਜੀਲੈਂਸ ਬਿਊਰੋ ਨੇ ਜਿਹੜੇ ਵਿਅਕਤੀ ਦੀ ਸ਼ਿਕਾਇਤ ਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਉਹਦਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਅਕਸਰ ਟਕਰਾ ਰਿਹਾ ਹੈ ਤੇ ਅਜਿਹੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਨਹੀਂ ਜਾ ਸਕਦਾ। ਹਾਲਾਂਕਿ ਵਿਭਾਗ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਜੰਗਲਾਤ ਵਿਭਾਗ ਦੇ 4 ਅਫਸਰ ਵੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। 4 ਹੋਰਨਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਹਾਲਾਂਕਿ ਧਰਮਸੋਤ ਜੇਲ੍ਹੋਂ ਬਾਹਰ ਜ਼ਮਾਨਤ ਤੇ ਆ ਚੁੱਕੇ ਨੇ।
ਤੇ ਜਿਹੜਾ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 19A ਹੈ ਜਿਸ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਹ ਕਹਿੰਦੀ ਹੈ ਕਿ ਸਰਕਾਰੀ ਅਫਸਰਾਂ ਜਾਂ ਮੁਲਾਜ਼ਮਾਂ ਖਿਲਾਫ ਅਦਾਲਤ ਦੇ ਵਿੱਚ ਦੋਸ਼ ਪੱਤਰ ਦਾਇਰ ਕਰਨ ਤੋਂ ਪਹਿਲਾਂ ਜਾਂ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ ਤੱਕ ਸੰਬੰਧਿਤ ਵਿਭਾਗ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਹੁਣ ਦੇਖੋ ਇਹ ਫਸਿਆ ਪੇਚ ਕਦੋਂ ਤੱਕ ਨਿਕਲਦਾ ਹੈ ਇਸ ਮਾਮਲੇ ਦੇ ਵਿੱਚ, ਜਾਂ ਫਿਰ ਇਹ ਮਾਮਲਾ ਵੀ ਠੰਡਾ ਹੋ ਕੇ ਰਹਿ ਜਾਂਦਾ ਹੈ, ਇਹ ਦੇਖਣ ਵਾਲੀ ਗੱਲ ਰਹੂਗੀ। ਦੂਜੀ ਖਬਰ GST ਘਪਲੇ ਦੇ ਨਾਲ ਜੁੜੀ ਹੋਈ ਹੈ। ਇਸ ਦੀ ਜਾਂਚ ਵੀ ਵਿਜੀਲੈਂਸ ਬਿਊਰੋ ਦੇ ਵੱਲੋਂ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਹੁਣ ਇਸ ਮਾਮਲੇ ਦੇ ਵਿੱਚ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। GST ਘਪਲੇ ਸੰਬੰਧੀ ਕਰ ਨਾਕਿਆਂ ਤੋਂ ਚੋਰੀ ਗੱਡੀਆਂ ਲੰਘਾਉਣ ਤੇ ਟੈਕਸ ਚੋਰੀ ਕਰਾਉਣ ਵਾਲੇ 6 ਏਜੰਟਾਂ ਜਾਂ ਵਿਚੋਲੇ ਕਹਿ ਸਕਦੇ ਹਾਂ, ਉਹਨਾਂ ਨੂੰ ਹੁਣ ਵਿਜੀਲੈਂਸ ਨੇ ਆਪਣੇ ਕਾਬੂ ਕੀਤਾ ਹੈ। ਇਹ ਵਿਅਕਤੀ ਸੂਬੇ ਦੇ ਕਰ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਬਦਲੇ ਵਿੱਚ ਉਹਨਾਂ ਤੋਂ ਟੈਕਸ ਬਚਾਉਣ ਦੇ ਲਈ ਰਾਹ ਲੱਭਦੇ ਸਨ। ਘੱਟ ਜੁਰਮਾਨਾ ਲਾ ਕੇ ਕੱਚਾ ਮਾਲ ਤੇ ਤਿਆਰ ਸਮਾਨ ਲਿਜਾਣ ਵਾਲੇ ਵਾਹਨਾਂ ਦੀ ਜਾਂਚ ਦੌਰਾਨ GST ਨੂੰ ਖੋਰਾ ਲਾ ਰਹੇ ਸੀ। ਤੇ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਵਿਭਾਗ ਦੇ ਨਾਲ ਰਲ ਮਿਲ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ। ਮਾਮਲੇ ਦੀ ਜਾਂਚ ਦੌਰਾਨ ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਬਲਵਿੰਦਰ ਸਿੰਘ, ਸਚਿਨ ਕੁਮਾਰ ਲੂਥਰਾ, ਪਵਨ ਕੁਮਾਰ, ਅਜੇ ਕੁਮਾਰ, ਰਣਧੀਰ ਸਿੰਘ ਤੇ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਗੱਲ ਆ ਜਾਂਦੀ ਹੈ ਟੈਂਡਰ ਘੁਟਾਲੇ ਦੀ। ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦੇ ਵਿੱਚ ਫੂਡ ਸਪਲਾਈ ਵਿਭਾਗ ਦੇ 3 ਕਲਰਕਾਂ ਤੋਂ ਵਿਜੀਲੈਂਸ ਨੇ ਲੁਧਿਆਣਾ ਦਫ਼ਤਰ ਦੇ ਵਿੱਚ ਪੁੱਛ ਪੜਤਾਲ ਕੀਤੀ। ਇਸ ਤੋਂ ਇਲਾਵਾ ਵਿਜੀਲੈਂਸ ਨੇ ਇਸ ਮਾਮਲੇ 'ਚ ਨਾਮਜ਼ਦ PA ਮੀਨੂ ਪੰਕਜ ਮਲਹੋਤਰਾ ਦੇ ਰਿਸ਼ਤੇਦਾਰ ਤੇ ਉਸਦੇ ਪਿਤਾ ਕੋਲੋਂ ਪ੍ਰਾਪਰਟੀ ਸੰਬੰਧੀ ਸਵਾਲ ਪੁੱਛੇ ਤੇ ਮੀਨੂ ਪੰਕਜ ਮਲਹੋਤਰਾ ਹਾਲੇ ਤੱਕ ਵਿਜੀਲੈਂਸ ਦੀ ਗ੍ਰਿਫਤ ਤੋਂ ਬਾਹਰ ਹੈ, ਹਾਲੇ ਤੱਕ ਫੜਿਆ ਨਹੀਂ ਜਾ ਸਕਿਆ। ਤੇ ਭਾਰਤ ਭੂਸ਼ਣ ਆਸ਼ੂ ਦਾ ਇੱਕ ਹੋਰ ਕਰੀਬੀ ਇੰਦੀ ਵੀ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੀ ਗ੍ਰਿਫਤ ਤੋਂ ਹਾਲੇ ਤੱਕ ਬਾਹਰ ਹੀ ਹੈ। ਪੁੱਛ ਪੜਤਾਲ ਦੇ ਵਿੱਚ ਕਿਹੜੇ ਸਵਾਲ ਪੁੱਛੇ ਨੇ ਵਿਜੀਲੈਂਸ ਨੇ, ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਪਰ ਸੂਤਰ ਜ਼ਰੂਰ ਬੋਲਦੇ ਨੇ ਕਿ ਕਲਰਕਾਂ ਦੇ ਕੋਲੋਂ ਇਹ ਪੁੱਛਿਆ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦਫ਼ਤਰ ਵਿੱਚ ਠੇਕੇਦਾਰ ਤੇਲੂ ਰਾਮ ਤੇ ਪੰਕਜ ਮਲਹੋਤਰਾ ਦਾ ਕਿੰਨਾ ਕੁ ਆਉਣਾ ਜਾਣਾ ਸੀ। ਤੇ ਇਹ ਵੀ ਪਤਾ ਲੱਗਿਆ ਕਿ ਵਿਜੀਲੈਂਸ ਨੂੰ ਸ਼ਾਇਦ ਸਬੂਤ ਮਿਲ ਗਿਆ ਕਿ ਮੀਨੂ ਪੰਕਜ ਮਲਹੋਤਰਾ ਆਪਣੇ ਚਾਚੇ ਦੇ ਮੁੰਡੇ ਰੋਬਿਨ ਮਲਹੋਤਰਾ ਦੇ ਰਾਹੀਂ ਪੈਸੇ ਨਿਵੇਸ਼ ਕਰਦਾ ਸੀ ਤੇ ਉਹ ਕਾਂਗਰਸੀ ਕੌਂਸਲਰ ਦਾ ਨਜ਼ਦੀਕੀ ਵੀ ਸੀ। ਹੁਣ ਪੰਜਾਬ ਦੇ ਵਿੱਚ ਧਰਨਿਆਂ ਮੁਜ਼ਾਹਰਿਆਂ ਦੀ ਗੱਲ ਕਰ ਲਈਏ ਤਾਂ ਕਿਸਾਨਾਂ ਦਾ ਮੋਰਚਾ ਲਗਾਤਾਰ ਸੰਗਰੂਰ ਦੇ ਵਿੱਚ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਦੇ ਵਿੱਚ ਪੰਜਾਬ ਭਰ ਦੀਆਂ ਸੰਘਰਸ਼ੀਲ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਮਜ਼ਦੂਰ ਮੋਰਚੇ ਦੀ ਅਗਵਾਈ ਦੇ ਵਿੱਚ ਇਹ ਧਰਨਾ ਗੱਡਿਆ ਹੋਇਆ। ਕੱਲ ਧਰਨੇ ਦਾ ਦੂਸਰਾ ਦਿਨ ਸੀ ਤੇ ਅੱਜ ਤੀਜਾ ਦਿਨ ਹੈ। ਕੱਲ ਬਾਅਦ ਦੁਪਹਿਰ ਵੇਲੇ ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ਸਾਂਝੇ ਮੋਰਚੇ ਨੇ ਐਲਾਨ ਕੀਤਾ ਕਿ ਜੇ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਤਾਂ ਉਹ ਰੋਕਾਂ ਤੋੜ ਕੇ ਅੱਗੇ ਵੱਧ ਜਾਣਗੇ। ਦਰਅਸਲ ਇਹ ਧਰਨਾ ਉੱਥੇ ਲੱਗਿਆ ਹੋਇਆ, ਮੋਰਚਾ ਉੱਥੇ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਵਾਲੀ ਕਲੋਨੀ ਹੈ। ਕਲੋਨੀ ਵਾਲੀ ਗੇਟ ਤੇ ਇਹ ਧਰਨਾ ਲਾਇਆ ਹੋਇਆ। ਮੋਰਚੇ ਦੀ ਸਟੇਜ ਤੋਂ ਜਦੋਂ ਇਹ ਚੇਤਾਵਨੀ ਦਿੱਤੀ ਗਈ ਤਾਂ SDM ਨਵਰੀਤ ਕੌਰ ਸੇਖੋਂ ਅਤੇ SP ਪਲਵਿੰਦਰ ਸਿੰਘ ਚੀਮਾ ਦੀ ਸਾਂਝਾ ਮਜ਼ਦੂਰ ਮੋਰਚਾ ਦੇ ਸੂਬਾਈ ਲੀਡਰਾਂ ਦੇ ਨਾਲ 1.5 ਘੰਟਾ ਮੀਟਿੰਗ ਹੋਈ, ਜਿਸ ਵਿੱਚ ਉਹਨਾਂ ਨੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਸਵੇਰੇ 10 ਵਜੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਤੈਅ ਕਰਵਾ ਦਿੱਤੀ ਹੈ। ਸੋ ਅੱਜ ਯੂਨੀਅਨ ਦੇ ਲੀਡਰਾਂ ਦੀ ਖਜ਼ਾਨਾ ਮੰਤਰੀ ਦੇ ਨਾਲ ਮੀਟਿੰਗ ਹੋਵੇਗੀ। ਉਸ ਤੋਂ ਬਾਅਦ ਐਕਸ਼ਨ ਅਗਲਾ ਕੀ ਐਲਾਨਿਆ ਜਾਂਦਾ ਹੈ ਕਿ ਇਹ ਧਰਨਾ ਵਾਪਸ ਲੈ ਲਿਆ ਜਾਊਗਾ ਜਾਂ ਫਿਰ ਅੱਗੇ ਹੋਰ ਸਖਤ ਐਕਸ਼ਨ ਐਲਾਨਿਆ ਜਾਊਗਾ। ਇਸ ਦਾ ਮੀਟਿੰਗ ਤੋਂ ਬਾਅਦ ਤੁਹਾਨੂੰ ਜ਼ਰੂਰ ਦੱਸਾਂਗੇ। ਤੇ ਮੀਟਿੰਗ ਪੱਕੀ ਹੋਣ ਤੋਂ ਬਾਅਦ ਯੂਨੀਅਨ ਲੀਡਰਾਂ ਨੇ ਕਹਿ ਦਿੱਤਾ ਹੈ ਕਿ ਜੇ ਅੱਜ ਖਜ਼ਾਨਾ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਕੋਈ ਵੀ ਹਾਂ ਪੱਖੀ ਸਿੱਟਾ ਨਾ ਨਿਕਲਿਆ ਤਾਂ ਤਿੱਖਾ ਐਕਸ਼ਨ ਅੱਜ ਹੀ ਐਲਾਨ ਦਿੱਤਾ ਜਾਊਗਾ, ਮੀਟਿੰਗ ਤੋਂ ਬਾਅਦ ਐਲਾਨਿਆ ਜਾਊਗਾ। ਮਜ਼ਦੂਰ ਯੂਨੀਅਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਰਮਨੀ ਦੌਰੇ ਤੇ ਵੀ ਤੰਜ ਕੱਸਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਥਾਂ ਜਰਮਨ ਵਰਗੇ ਸਾਮਰਾਜੀ ਮੁਲਕ 'ਚ ਜਾ ਕੇ ਵਿਦੇਸ਼ੀ ਕੰਪਨੀਆਂ ਨੂੰ ਪੰਜਾਬ ਦੇ ਅਮੀਰ ਕੁਦਰਤੀ ਸਰੋਤਾਂ ਨੂੰ ਲੁਟਾਉਣ ਦੇ ਸੱਦੇ ਦਿੱਤੇ ਜਾ ਰਹੇ ਨੇ, ਜਦਕਿ ਸ਼ਹੀਦ ਭਗਤ ਸਿੰਘ ਨੇ ਸਾਮਰਾਜ ਨੂੰ ਮੁਲਕ 'ਚੋਂ ਭਜਾਉਣ ਲਈ ਜਾਨ ਦੀ ਬਾਜ਼ੀ ਲਾ ਦਿੱਤੀ ਸੀ। ਮਜ਼ਦੂਰਾਂ ਦੇ ਵੱਡੇ ਮੋਰਚੇ ਤੋਂ ਇਲਾਵਾ ਪੰਜਾਬ ਦੇ ਕੱਚੇ ਬੱਸ ਕਾਮਿਆਂ ਨੇ ਨਿੱਜੀਕਰਨ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਸੂਬਾ ਪੱਧਰੀ ਧਰਨਾ ਦਿੱਤਾ। ਪੰਜਾਬ ਰੋਡਵੇਜ਼ ਪਨਬਸ ਤੇ PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਚੰਡੀਗੜ੍ਹ ਦੇ ਸੈਕਟਰ 17 ਸਥਿਤ ਮੁੱਖ ਦਫ਼ਤਰ ਹੈ ਜਿਹੜਾ ਵਿਭਾਗ ਦਾ, ਉਸ ਦੇ ਬਾਹਰ ਰੋਸ ਧਰਨਾ ਦੇਣ ਪਹੁੰਚੇ। ਇਹਨਾਂ ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੀ ਤੁਲਨਾ ਪਿਛਲੀਆਂ ਸਰਕਾਰਾਂ ਦੇ ਨਾਲ ਹੀ ਕੀਤੀ। ਸਮੱਸਿਆਵਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਸ਼ੁਰੂ ਕਰ ਦੇਣਗੇ। ਇਸੇ ਤਰ੍ਹਾਂ ਪੰਜਾਬ ਦੀਆਂ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪਰਿਸ਼ਦ ਤੋਂ ਸੇਵਾ ਮੁਕਤ ਹੋਏ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਫੇਸ 8 ਵਿੱਚ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਦੇ ਮੂਹਰੇ ਸੂਬਾ ਪੱਧਰੀ ਧਰਨਾ ਦਿੱਤਾ। ਪੰਜਾਬ ਸਰਕਾਰ ਤੇ ਵਿਭਾਗ
ਵਿਭਾਗੀ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਵਿਕਾਸ ਭਵਨ ਦੇ ਮੂਹਰੇ ਪੱਕਾ ਮੋਰਚਾ ਲਾਉਣ ਦੀ ਚੇਤਾਵਨੀ ਦੇ ਦਿੱਤੀ ਹੈ ਜੇ ਮੰਗਾਂ ਪੂਰੀਆਂ ਨਾ ਹੋਈਆਂ। ਪੈਨਸ਼ਨਰਾਂ ਦੀਆਂ ਮੰਗਾਂ ਨੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਨਸ਼ਨ ਜਾਰੀ ਕੀਤੀ ਜਾਵੇ। ਬੁਢਾਪਾ ਭੱਤਾ ਸਿਰਫ 75 ਸਾਲ ਦੀ ਉਮਰ ਤੱਕ ਸੀਮਿਤ ਕਰਨ ਦੀ ਥਾਂ ਪੈਨਸ਼ਨਰ ਦੇ ਜੀਵਤ ਰਹਿਣ ਤੱਕ ਲਾਗੂ ਕੀਤਾ ਜਾਵੇ। LTC ਦੀ ਸਹੂਲਤ ਦਿੱਤੀ ਜਾਵੇ। ਪੈਨਸ਼ਨ ਲਾਉਣ ਦੇ ਅਮਲ ਨੂੰ ਸਮਾਬੱਧ ਕਰਨ ਤੇ ਪੈਨਸ਼ਨ ਸੈੱਲ ਵਿੱਚ ਲੇਖਾਕਾਰ ਦੀ ਨਿਯੁਕਤੀ ਕਰਨ। ਪੇ ਗ੍ਰੇਡ ਦੇ ਬਕਾਏ ਸੀਨੀਆਰਤਾ ਮੁਤਾਬਿਕ ਜਾਰੀ ਕਰਨ। 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਿਕ ਬਕਾਏ ਦੇਣ ਵਰਗੀਆਂ ਇਹਨਾਂ ਦੀਆਂ ਮੰਗਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਕੱਲ ਦਿੱਲੀ ਦੇ ਵਿੱਚ ਪਾਕਿਸਤਾਨ ਦੇ ਰਾਜਦੂਤ ਆਫਤਾਬ ਹਸਨ ਖਾਨ ਦੇ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਦੇ ਵਿੱਚ ਆਏ ਹੜ੍ਹਾਂ ਕਾਰਨ ਜਿਹੜੀ ਬਰਬਾਦੀ ਹੋਈ ਹੈ ਉਸ ਬਰਬਾਦੀ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਹੈ। ਇਸ ਵਫਦ ਨੇ ਪਾਕਿਸਤਾਨ ਦੇ ਰਾਜਦੂਤ ਤੋਂ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਉਣ ਦੇ ਲਈ ਜਾਣ ਵਾਲੇ ਜਥੇ ਲਈ ਵਾਧੂ ਵੀਜ਼ੇ ਜਾਰੀ ਕਰਨ ਦੀ ਮੰਗ ਕੀਤੀ ਹੈ। ਦਰਅਸਲ ਅਗਲੇ ਮਹੀਨੇ 30 ਅਕਤੂਬਰ ਨੂੰ ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਕਮੇਟੀ ਦੇ ਵੱਲੋਂ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਤੇ SGPC ਸਾਕੇ ਵਾਲੇ ਥਾਂ ਤੇ ਪਾਕਿਸਤਾਨ ਦੇ ਵਿੱਚ ਵੱਡਾ ਸਮਾਗਮ ਕਰਨਾ ਚਾਹੁੰਦੀ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕੱਲ ਆਪਣਾ 78ਵਾਂ ਸਥਾਪਨਾ ਦਿਵਸ ਮਨਾਇਆ ਅਤੇ ਐਲਾਨ ਕੀਤਾ ਕਿ ਫੈਡਰੇਸ਼ਨ ਦੇ ਵੱਲੋਂ ਪੰਜਾਬ ਦੇ ਵਿੱਚ ਜਬਰੀ ਧਰਮ ਪਰਿਵਰਤਨ ਨੂੰ ਰੋਕਿਆ ਜਾਵੇਗਾ। ਇਸ ਮੌਕੇ ਫੈਡਰੇਸ਼ਨ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਵੀ ਅਰਦਾਸ ਕੀਤੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਅਰਦਾਸ ਕੀਤੀ ਗਈ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਫੈਡਰੇਸ਼ਨ ਲੀਡਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਾਰੀਆਂ ਫੈਡਰੇਸ਼ਨਾਂ ਦੇ ਵਿੱਚ ਏਕਤਾ ਦੀ ਬਹਾਲੀ ਦੇ ਲਈ ਕੱਲ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਜਥੇਬੰਦੀ ਦਾ ਨਵਾਂ ਢਾਂਚਾ ਬਣ ਤੱਕ ਫੈਡਰੇਸ਼ਨ ਦੇ ਸੀਨੀਅਰ ਲੀਡਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਹੁਣ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ। ਸੋਮਵਾਰ ਨੂੰ ਨਵਾਂ ਸ਼ਹਿਰ ਦੇ ਬੰਗਾ ਨੇੜੇ ਹਾਈਵੇ ਤੇ ਜਿਹੜਾ ਵੱਡਾ ਭਿਆਨਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਬਟਾਲਾ ਦੇ ਰਹਿਣ ਵਾਲੇ 3 ਜਣੇ ਮਾਰੇ ਗਏ ਸੀ। ਇੱਕ ਟਰਾਲੇ ਨੇ 2 ਕਾਰਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ। ਇੱਕ ਕਾਰ ਦੇ ਵਿੱਚ ਸਵਾਰ ਪਤੀ ਪਤਨੀ ਤੇ ਪੁੱਤ ਦੀ ਦਰਦਨਾਕ ਮੌਤ ਹੋ ਗਈ ਸੀ। ਉਹਨਾਂ 3 ਜੀਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਸਥਿਤ ਪਿੰਡ ਚੀਮਾ ਖੁੱਡੀ ਦਾ ਰਹਿਣ ਵਾਲਾ ਸੀ। ਹਾਦਸੇ ਦੀ ਪੀੜ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ 3 ਜਣੇ ਆਪਣੀ ਧੀ ਨੂੰ ਹੋਸਟਲ ਛੱਡਣ ਲਈ ਗਏ ਸੀ, ਵਾਪਸ ਆ ਰਹੇ ਸੀ। ਧੀ ਦਾ ਕਾਲਜ ਦੇ ਵਿੱਚ ਪਹਿਲਾ ਦਿਨ ਸੀ, ਉਹਨੂੰ ਹੋਸਟਲ ਛੱਡ ਕੇ ਆਏ ਤੇ ਪੁੱਤ ਨੂੰ ਐਥਲੈਟਿਕਸ ਦੇ ਲਈ ਕਿਸੇ ਅਕੈਡਮੀ ਦੇ ਵਿੱਚ ਛੱਡਣ ਜਾ ਰਹੇ ਸੀ ਪਰ ਰਾਹ ਦੇ ਵਿੱਚ ਹੀ ਦਰਦਨਾਕ ਹਾਦਸਾ ਵਾਪਰ ਗਿਆ। ਇਸ ਵਕਤ ਵਿਛੜੇ ਪਰਿਵਾਰ ਦੇ ਘਰ ਸਮੇਤ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ ਤੇ ਸਾਰੇ ਉਸ ਧੀ ਦੀ ਵੀ ਚਿੰਤਾ ਕਰ ਰਹੇ ਨੇ ਜਿਸ ਦਾ ਸਾਰਾ ਪਰਿਵਾਰ ਉੱਜੜ ਗਿਆ। ਉਹਦੀ ਅਗਲੀ ਜ਼ਿੰਦਗੀ ਹੁਣ ਕਿਵੇਂ ਨਿਕਲੂਗੀ, ਕਿਹੜੇ ਹਾਲਾਤਾਂ ਦੇ ਵਿੱਚ, ਇਹ ਤਾਂ ਹੁਣ ਰੱਬ ਹੀ ਜਾਣਦਾ ਹੈ। ਗੁਆਂਢੀ ਸੂਬਿਆਂ ਦੇ ਲੋਕ ਨੌਕਰੀਆਂ ਦੇ ਲਈ ਪੰਜਾਬ ਨੂੰ ਤਰਜੀਹ ਦੇਣ ਲੱਗੇ ਨੇ ਤੇ ਪੰਜਾਬ ਦੀ ਸਰਕਾਰ ਵੀ ਸ਼ਾਇਦ ਗੁਆਂਢੀ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਿੱਚ ਦਿਲਚਸਪੀ ਦਿਖਾ ਰਹੀ ਹੈ। ਸਬੂਤ ਹੈ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਦਾ। 68 ਦੇ ਵਿੱਚੋਂ 35 ਇੰਸਪੈਕਟਰ ਹਰਿਆਣਾ ਤੇ ਰਾਜਸਥਾਨ ਦੇ ਭਰਤੀ ਹੋਏ ਨੇ, ਯਾਨੀ ਕਿ ਅੱਧੋ-ਅੱਧ, ਅੱਧੇ ਪੰਜਾਬ ਦੇ ਤੇ ਅੱਧੇ ਬਾਕੀ ਸੂਬਿਆਂ ਦੇ। ਹਾਲਾਂਕਿ ਹਰਿਆਣਾ ਤੇ ਰਾਜਸਥਾਨ ਨੇ ਆਪਣੇ ਪਸ਼ੂ ਪਾਲਣ ਮਹਿਕਮੇ ਦੇ ਵਿੱਚ ਤਾਂ ਪੰਜਾਬ ਦੇ ਲਈ ਬੂਹੇ ਬੰਦ ਕਰ ਦਿੱਤੇ ਨੇ ਪਰ ਪੰਜਾਬ ਸਰਕਾਰ ਸ਼ਾਇਦ ਜ਼ਿਆਦਾ ਹੀ ਦਰਿਆਦਿਲੀ ਦਿਖਾ ਰਹੀ ਹੈ। ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਚੰਡੀਗੜ੍ਹ ਦੇ ਵਿੱਚ ਇੱਕ ਸਮਾਗਮ ਦੌਰਾਨ ਨਵੇਂ ਨਿਯੁਕਤ 68 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ। 68 ਦੇ ਵਿੱਚੋਂ ਸਿਰਫ 33 ਵੈਟਰਨਰੀ ਇੰਸਪੈਕਟਰ ਪੰਜਾਬ ਤੋਂ ਨੇ, ਬਾਕੀ ਹਰਿਆਣਾ ਤੇ ਰਾਜਸਥਾਨ ਦੇ ਨੌਕਰੀਆਂ ਲੈ ਗਏ ਨੇ। ਦਰਅਸਲ ਪੰਜਾਬ ਦੇ ਵਿੱਚ ਵੈਟਰਨਰੀ ਡਿਪਲੋਮਾ ਕਰਨ ਦੇ ਲਈ ਦੂਸਰੇ ਸੂਬਿਆਂ ਤੇ ਕੋਈ ਰੋਕ ਨਹੀਂ ਹੈ ਬਲਕਿ ਦੂਸਰੇ ਸੂਬਿਆਂ ਦੇ ਲਈ ਰਾਖਵਾਂ ਕੋਟਾ ਰੱਖਿਆ ਹੋਇਆ ਹੈ। ਜਦਕਿ ਹਰਿਆਣਾ ਤੇ ਰਾਜਸਥਾਨ ਨੇ ਤਾਂ ਕਹਿੰਦੇ ਦੂਜੇ ਸੂਬਿਆਂ ਦੇ ਨੌਜਵਾਨਾਂ ਲਈ ਆਪਣੇ ਸੂਬਿਆਂ ਦੇ ਵਿੱਚ ਵੈਟਰਨਰੀ ਡਿਪਲੋਮਾ ਕਰਨ ਤੇ ਵੀ ਰੋਕ ਲਾਈ ਹੋਈ ਹੈ ਤੇ ਹੁਣ ਪੰਜਾਬ ਦੇ ਬੇਰੁਜ਼ਗਾਰ ਵੈਟਰਨਰੀ ਇੰਸਪੈਕਟਰ ਕਹਿੰਦੇ ਨੇ ਕਿ ਦੂਜੇ ਸੂਬਿਆਂ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਹੈ, ਇਸ ਕਰਕੇ ਪੰਜਾਬ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ। ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਨਾਭਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਭਰਤੀਆਂ ਮੌਕੇ ਡੋਮਿਸਾਈਲ ਸਰਟੀਫਿਕੇਟ ਲਾਜ਼ਮੀ ਕਰੇ ਕਿਉਂਕਿ ਪੰਜਾਬ ਦੇ ਨੌਜਵਾਨਾਂ ਦਾ ਰੁਜ਼ਗਾਰ ਖੁੱਸ ਰਿਹਾ ਹੈ। ਵੱਡੀ ਖਬਰ ਕੈਂਸਰ ਤੇ ਹੋਰ ਬਿਮਾਰੀਆਂ ਦੇ ਨਾਲ ਜੁੜੀ ਹੋਈ ਹੈ। ਭਾਰਤ ਦੇ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਇਹਨਾਂ ਦੇ ਵਿੱਚ ਐਂਟੀਬਾਇਓਟਿਕਸ ਅਤੇ ਵੈਕਸੀਨ ਵੀ ਸ਼ਾਮਿਲ ਹੋਣਗੇ ਤੇ ਕੁੱਲ ਗਿਣਤੀ 34 ਹੋਵੇਗੀ ਦਵਾਈਆਂ ਦੀ ਜਿਨ੍ਹਾਂ ਨੂੰ ਸਸਤੀਆਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਪੇਸ਼ ਕਦਮੀ ਦੇ ਨਾਲ ਮਰੀਜ਼ਾਂ ਦੀ ਜੇਬ ਤੇ ਪੈਣ ਵਾਲਾ ਬੋਝ ਘਟੂਗਾ। ਲਾਗ ਤੋਂ ਬਚਾਅ ਲਈ ਦਵਾਈਆਂ ਜਿਹੜੀਆਂ ਇਵਰਮੈਸਟਿਨ, ਮੁਪੀਰੋਸਿਨ ਤੇ ਮੈਰੋਪੈਨਮ ਨੂੰ ਵੀ ਸੂਚੀ ਦੇ ਵਿੱਚ ਥਾਂ ਦਿੱਤੀ ਗਈ ਹੈ। ਸਰਕਾਰ ਨੇ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ 34 ਹੋਰ ਦਵਾਈਆਂ ਸ਼ਾਮਿਲ ਕੀਤੀਆਂ ਗਈਆਂ ਨੇ। ਹਾਲਾਂਕਿ ਰੈਨੀਟਾਈਡਨ ਤੇ ਸੁਕਰਾਲਫੇਟ ਸਣੇ 26 ਦਵਾਈਆਂ ਸੂਚੀ ਚੋਂ ਬਾਹਰ ਵੀ ਕਰ ਦਿੱਤੀਆਂ ਗਈਆਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਦੱਸ ਦਿੰਦੇ ਹਾਂ।
ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਬਲਵੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਹੈ। ਸਕੀਮ ਦੇ ਤਹਿਤ ਕੌਮੀ ਪੱਧਰ ਤੇ ਖੇਡਾਂ ਦੇ ਵਿੱਚ ਪਹਿਲੇ 3 ਸਥਾਨਾਂ ਤੇ ਤਗਮੇ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮਾਸਿਕ ਵਜ਼ੀਫਾ ਦਿੱਤਾ ਜਾਊਗਾ। ਹੇਅਰ ਨੇ ਦੱਸਿਆ ਕਿ ਸੀਨੀਅਰ ਵਿੰਗ ਦੇ ਖਿਡਾਰੀਆਂ ਨੂੰ 8000 ਰੁਪਏ ਪ੍ਰਤੀ ਮਹੀਨਾ, ਜੂਨੀਅਰ ਵਿੰਗ ਦੇ ਖਿਡਾਰੀਆਂ ਨੂੰ 6000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਊਗਾ। ਇਹ ਰਾਸ਼ੀ ਸਾਲ ਦੇ ਲਈ ਦਿੱਤੀ ਜਾਊਗੀ। ਅਗਲੇ ਸਾਲ ਮੁੜ ਤਗਮੇ ਹਾਸਲ ਕਰਨ ਵਾਲਿਆਂ ਨੂੰ ਵਜ਼ੀਫਾ ਰਾਸ਼ੀ ਦਿੱਤੀ ਜਾਊਗੀ। ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਦੀ ਚੰਗੀ ਖੁਰਾਕ ਦੇ ਮੱਦੇਨਜ਼ਰ 100 ਰੁਪਏ ਤੋਂ ਵਧਾ ਕੇ 125 ਰੁਪਏ ਕਰ ਦਿੱਤੀ ਹੈ। ਹੋਸਟਲਰ ਦੀ ਡਾਈਟ ਨੂੰ 200 ਰੁਪਏ ਤੋਂ ਵਧਾ ਕੇ 225 ਰੁਪਏ ਕਰ ਦਿੱਤਾ ਹੈ। ਬਲਵੀਰ ਸਿੰਘ ਸੀਨੀਅਰ ਵਜ਼ੀਫਾ ਜਿਹੜੀ ਸਕੀਮ, ਜਿਹੜੇ ਵੀ ਐਮੀਨੈਂਟ ਸਪੋਰਟਸ ਪਰਸਨ ਹੈ, ਨੈਸ਼ਨਲ ਚਾਹੇ ਜੂਨੀਅਰ ਚਾਹੇ ਸੀਨੀਅਰ, ਅਸੀਂ ਸਾਰਿਆਂ ਨੂੰ ਹਰ ਮਹੀਨੇ ਸਟਾਈਪਨ ਹੈ ਜਿਹੜਾ ਉਹ ਲਗਾਉਣ ਜਾ ਰਹੇ ਹਾਂ। ਜਿਹੜੇ ਸੀਨੀਅਰ ਦੇ ਮੈਡਲਿਸਟ ਹੈ, ਫਸਟ ਸੈਕਿੰਡ ਥਰਡ ਤਿੰਨੇ ਜਿਹੜੇ 3 ਟੌਪ ਦੇ ਪਲੇਅਰ ਹੋਣਗੇ, ਉਹਨਾਂ ਨੂੰ 8000 ਰੁਪਇਆ ਹਰ ਮਹੀਨੇ ਸਰਕਾਰ ਜਿਹੜਾ ਉਹ ਦਿਆ ਕਰੂਗੀ 1 ਸਾਲ ਤੱਕ। ਤੇ ਜਿਹੜੇ ਜੂਨੀਅਰ ਦੇ ਨੈਸ਼ਨਲ ਦੇ ਮੈਡਲਿਸਟ ਹੈ, ਉਹਨਾਂ ਨੂੰ 6000 ਰੁਪਇਆ ਹਰ ਮਹੀਨਾ ਸਰਕਾਰ ਦੇਊਗੀ 1 ਸਾਲ ਲਈ। ਜੇ ਅਗਲੀ ਸਾਲ ਉਹ ਦੁਬਾਰਾ ਮੈਡਲ ਲੈ ਕੇ ਆਉਣਗੇ ਤਾਂ ਕੰਟੀਨਿਊ ਹੋ ਜਾਊਗਾ, ਨਹੀਂ ਜੇ ਮੈਡਲ ਅਗਲੇ ਸਾਲ ਨਹੀਂ ਆਊਗਾ ਤਾਂ ਬੰਦ ਹੋਊਗਾ। ਐਵੇਂ ਹੀ ਅਸੀਂ ਜਿਹੜੀ ਡਾਈਟ ਬਣੀ ਵੀ ਸੀ, ਉਹਦੇ ਵਿੱਚ ਵੀ ਅਸੀਂ ਜਿਹੜੀ ਅੱਗੇ 100 ਰੁਪਿਆ ਸੀ ਉਹਨੂੰ 125 ਕੀਤੀ ਹੈ। ਜਿਹੜੇ ਤੇ ਜਿਹੜੀ ਹੋਸਟਲਰ ਹੈ ਉਹਨਾਂ ਦੀ ਅੱਗੇ 200 ਰੁਪਏ ਸੀ, ਉਹ ਵੀ 225 ਰੁਪਏ ਜਿਹੜੀ ਹੈ ਕੀਤੀ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਜੇਪੀ ਤੇ ਵੱਡਾ ਇਲਜ਼ਾਮ ਲਾਇਆ ਹੈ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਬੀਜੇਪੀ ਆਪਰੇਸ਼ਨ ਲੋਟਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 7 ਤੋਂ 10 ਵਿਧਾਇਕਾਂ ਨੂੰ 25-25 ਕਰੋੜ ਰੁਪਏ 'ਚ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਪੇਸ਼ਕਸ਼ ਵੀ ਕੀਤੀ ਗਈ ਹੈ, ਨਾਲ ਡਰਾਵੇ ਵੀ ਦਿੱਤੇ ਜਾ ਰਹੇ ਨੇ। ਈਡੀ ਤੇ ਸੀਬੀਆਈ ਦਾ ਖੌਫ ਦਿੱਤਾ ਗਿਆ ਹੈ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਨੂੰਨੀ ਰਾਏ ਲੈ ਕੇ ਬੀਜੇਪੀ ਖਿਲਾਫ ਅਗਲੀ ਕਾਰਵਾਈ ਕਰੇਗੀ। ਹਾਲਾਂਕਿ ਉਹਨਾਂ ਨੇ ਨਾਮ ਕੋਈ ਨਹੀਂ ਜਨਤਕ ਕੀਤਾ। ਕਹਿੰਦੇ ਸਹੀ ਆਉਣ ਤੇ ਨਾਮ ਵੀ ਨਸ਼ਰ ਕੀਤੇ ਜਾਣਗੇ, ਪਰ ਇਹ ਲਾਲਚ ਦਿੱਤੇ ਜਾ ਰਹੇ ਨੇ ਪੈਸਿਆਂ ਦੇ ਤੇ ਨਾਲ ਹੀ ਵੱਡੇ ਵੱਡੇ ਅਹੁਦਿਆਂ ਦੇ। 25 ਕਰੋੜ ਰੁਪਈਆ ਹਰੇਕ ਐਮਐਲਏ ਨੂੰ ਦੇਣ ਦਾ ਯਤਨ, ਖਰੀਦਣ ਦਾ ਯਤਨ ਬੀਜੇਪੀ ਲਗਾਤਾਰ ਕਰ ਰਹੀ ਹੈ ਪੰਜਾਬ ਵਿੱਚ। ਆਪਰੇਸ਼ਨ ਲੋਟਸ ਜਿਹੜਾ ਕਿ ਇਹਨਾਂ ਦਾ ਕਰਨਾਟਕਾ 'ਚ ਕਾਮਯਾਬ ਹੋ ਗਿਆ ਹੋਊਗਾ, ਜਿਹੜਾ ਦਿੱਲੀ 'ਚ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਫੇਲ ਕੀਤਾ, ਉਹ ਆਪਰੇਸ਼ਨ ਲੋਟਸ ਜਿਹੜਾ ਹੈਗਾ ਉਹਦੀ ਪ੍ਰਕਿਰਿਆ ਹੁਣ ਪੰਜਾਬ 'ਚ ਪਹੁੰਚੀ ਹੈ। ਔਰ ਸਾਡੇ ਐਮਐਲਏ ਸਾਹਿਬਾਨ ਨੂੰ 20 ਕਰੋੜ ਰੁਪਈਆ 25 ਕਰੋੜ ਰੁਪਈਆ ਜਿਹੜਾ ਆਫਰ ਕੀਤਾ ਜਾ ਰਿਹਾ ਹੈਗਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਸਰਕਾਰ ਬਦਲ ਗਈ, ਜਦੋਂ ਪੰਜਾਬ ਵਿੱਚ ਸਰਕਾਰ ਜਿਹੜੀ ਹੈ ਬੀਜੇਪੀ ਦੀ ਬਣ ਗਈ, ਤੇ ਤੁਹਾਨੂੰ ਵੱਡੇ ਅਹੁਦੇ ਵੀ ਦੇਵਾਂਗੇ। ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਦੇ ਲਈ ਉਹ ਸਾਰੇ 55 ਵਿਧਾਇਕ, ਕਿਉਂਕਿ 35 ਉਹ ਸਾਡੇ ਤੋੜਨ ਨੂੰ ਫਿਰਦੇ ਨੇਗੇ। ਜੇਕਰ 55 ਵਿਧਾਇਕਾਂ ਦੀ ਕੀਮਤ ਦੇਖ ਲਈਏ ਜਿਹੜੀ ਕਿ ਬੀਜੇਪੀ ਚੱਕ ਕਰ ਰਹੀ ਆ, ਉਹ ਲਗਭਗ 1375 ਕਰੋੜ ਰੁਪਇਆ 1375 ਕਰੋੜ ਰੁਪਇਆ ਬੀਜੇਪੀ ਕਿੱਥੋਂ ਲੈ ਕੇ ਆਈ ਆ? ਬੀਜੇਪੀ ਜਿਹੜੀ ਆ, ਬੀਜੇਪੀ ਦੇ ਲੀਡਰ ਜਿਹੜੇ ਨੇ ਉਹ 1375 ਕਰੋੜ ਰੁਪਇਆ ਪੰਜਾਬ ਵਿੱਚ ਲਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣਾ ਚਾਹੁੰਦੇ ਨੇਗੇ। ਹਰਪਾਲ ਚੀਮਾ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਬੀਜੇਪੀ ਦੇ ਲੀਡਰਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਬੂਤ ਪੇਸ਼ ਕਰੇ। ਕਹਿੰਦੇ ਇਹਨਾਂ ਦੇ ਆਪਣੇ ਮੰਤਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਨੇ। ਉਸ ਦੀ ਆਡੀਓ ਵਾਇਰਲ ਹੋਈ ਹੈ ਤੇ ਇਸ ਗੱਲ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਇਹ ਬੀजेपी ਤੇ इल्जाम ला रहे हैं। और ये नौटंकी करने के पीछे कारण क्या है कि भगवंत मान जी को अरविंद केजरीवाल मुख्यमंत्री से हटाना चाहते हैं, क्योंकि भगवंत मान जी ने अरविंद केजरीवाल और मनीष सिसोदिया का जो दिल्ली में शराब घोटाला हुआ, पैसे का लेन देन हुआ, उसमें अरविंद केजरीवाल जी को और मनीष सिसोदिया को डिफेंड नहीं किया। और जब पंजाब में भी उन अफसरों पर रेड हुई जिन्होंने पैसे का लेन देन किया था, उनके बचाव में भी भगवंत मान नहीं आए। इससे खफा हैं अरविंद केजरीवाल। और क्योंकि भगवंत मान विदेश यात्रा पे हैं, तो इसके पीछे ऐसी नौटंकी करके, एक ऐसा ड्रामा करके कि हमारे एमएलए खरीदे जा रहे हैं, हमारे एमएलए को ऑफर आ रही हैं, और इसके बहाने वो भगवंत मान जी पे वार करना चाहते हैं और भगवंत मान जी को हटाना चाहते हैं। बीजेपी लीडर अनिल सरीन ने चैलेंज कर दिया कि है कि जे दम है तो तुसी नाम जनतक करो कि किहड़े-किहड़े विधायक नूं ऑफर की गई है ते किने ऑफर की है। कहंदे इन्हां ने तमाशा बना लिया कि इन्हां नूं खरीदण लग्गियां कि ये भेड़ बकरियां ने जिहड़ा इन्हां नूं खरीदिया जाऊगा। बीजेपी लीडर सुरजीत जियाणी ने भी कहा कि आम आदमी पार्टी नूं की
ਆਪਣੇ ਐਮਐਲਏਸ ਤੇ ਯਕੀਨ ਨਹੀਂ ਹੈ ਜਿਹੜੇ ਰੌਲਾ ਪਾਉਣ ਲੱਗ ਜਾਂਦੇ ਨੇ। ਬੀਜੇਪੀ ਲੀਡਰ ਬਲਵਿੰਦਰ ਸਿੰਘ ਰਾਡੀ ਨੇ ਕਿਹਾ ਕਿ ਬੀਜੇਪੀ ਨੂੰ ਖਰੀਦਣ ਦੀ ਲੋੜ ਹੀ ਨਹੀਂ ਹੈ ਕਿਸੇ ਨੂੰ, ਸਾਰੇ ਲੋਕ ਆਪਣੇ ਆਪ ਹੀ ਬੀਜੇਪੀ ਦੇ ਵਿੱਚ ਆ ਰਹੇ ਨੇ। ਕਹਿੰਦੇ ਲੋਕ ਪੰਜਾਬ ਦੇ ਵਿੱਚ ਆਪ ਸਰਕਾਰ ਬਣ ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ। ਇਸ ਦੇ ਨਾਲ ਹੀ ਰਾਜਕੁਮਾਰ ਵੇਰਕਾ ਜਿਹੜੇ ਕਿ ਸਾਬਕਾ ਕਾਂਗਰਸੀ ਨੇ, ਬੀਜੇਪੀ ਦੇ ਲੀਡਰ, ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਤਾਂ ਕੋਈ 25 ਰੁਪਏ ਨਾ ਦੇਵੇ, 25 ਕਰੋੜ ਦੀ ਗੱਲ ਕਰਦੇ ਨੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਸਾਨੂੰ ਖਰੀਦਣ ਦੀ ਕੋਈ ਲੋੜ ਨਹੀਂ ਹੈ, ਇਹ ਸਿਰਫ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਦੇ ਤਾਂ ਆਪਦੇ ਲੀਡਰ ਆਪਣੇ ਆਪ ਬੀਜੇਪੀ 'ਚ ਆਉਣਾ ਚਾਹੁੰਦੇ ਨੇ। आज प्रेस कॉन्फ्रेंस की और कहने लगे कि हमारे एमएलओ को बीजेपी 25 करोड़ रुपए में खरीदना चाहती है। भैया आपके एमएलओ को कोई 25 रुपए ना दे, आप 25 करोड़ की बात कर रहे हो, क्यों खरीदेंगे हम आपके एमएलए भाई? और हमें क्या जरूरत है इन चीजों की? आप दूसरी स्टेटों में जाकर केजरीवाल जी बीजेपी को बदनाम करने के लिए ऐसी हरकतें कर रहे हो। ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਐਸਜੀਪੀਸੀ ਚੋਣਾਂ ਦਾ ਮੁੱਦਾ ਚੁੱਕਿਆ। ਐਸਜੀਪੀਸੀ ਚੋਣਾਂ ਨਾ ਹੋਣ ਦੇ ਪਿੱਛੇ ਉਹਨਾਂ ਨੇ ਬੀਜੇਪੀ ਤੇ ਆਰਐਸਐਸ ਦਾ ਹੱਥ ਦੱਸਿਆ ਹੈ ਕਿ ਇਹ ਦੋਨੇ ਐਸਜੀਪੀਸੀ ਚੋਣਾਂ ਨਹੀਂ ਹੋਣ ਦੇ ਰਹੇ। ਨਾਲ ਮੰਗ ਕੀਤੀ ਹੈ ਕਿ ਐਸਜੀਪੀਸੀ ਚੋਣਾਂ ਕਰਵਾਈਆਂ ਜਾਣ। ਜੇ ਉਹ ਸਿੱਖ ਹੋਣ ਤਾਂ ਉਹ ਬੋਲਣ ਮੇਰੇ ਨਾਲ। ਨਾ ਹਿੰਦੂ ਬੋਲਦਾ, ਨਾ ਮੁਸਲਮਾਨ ਬੋਲਦਾ, ਨਾ ਸਿੱਖ ਬੋਲਦਾ। ਜਮਹੂਰੀਅਤ ਤਾਂ ਸਾਰਿਆਂ ਦੀ ਸਾਂਝੀ ਚੀਜ਼ ਹੈ, ਕੋਈ ਵੀ ਨਹੀਂ ਬੋਲ ਰਿਹਾ। ਇਹਦੇ ਉੱਤੇ ਪਿੱਛੇ ਹੈਗੇ ਹੈ ਜਿਹੜੀ ਕੱਟੜਵਾਦੀ ਬੀਜੇਪੀ, ਆਰਐਸਐਸ ਤੇ ਹਿੰਦੂਤਵਾ ਸਾਰਿਆਂ ਦੇ ਦਿਮਾਗ ਤੇ ਚੜੀ ਹੋਈ। ਬੀਜੇਪੀ ਦੇ ਬੁਲਾਰੇ ਪੰਜਾਬ ਤੋਂ ਜਿਹੜੇ ਉਹਨਾਂ ਨੇ ਜਵਾਬ ਵੀ ਦਿੱਤਾ ਹੈ ਐਮਪੀ ਸਿਮਰਨਜੀਤ ਸਿੰਘ ਮਾਨ ਦਾ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਐਮਪੀ ਮਾਨ ਤਾਂ ਐਵੇਂ ਹੀ ਊਲ ਜਲੂਲ ਬੋਲਦੇ ਰਹਿੰਦੇ ਨੇ। ਐਸਜੀਪੀਸੀ ਚੋਣਾਂ ਦੇ ਪਿੱਛੇ ਨਾ ਹੀ ਤਾਂ ਬੀਜੇਪੀ ਦਾ ਕੋਈ ਰੋਲ ਹੈ, ਨਾ ਹੀ ਆਰਐਸਐਸ ਦਾ। ਬਾਕਾਇਦਾ ਚੋਣ ਕਮਿਸ਼ਨ ਬਣਿਆ ਹੋਇਆ ਹੈ, ਗੁਰਦੁਆਰਾ ਚੋਣ ਕਮਿਸ਼ਨ ਹੀ ਇਹ ਚੋਣਾਂ ਨਿਰਧਾਰਿਤ ਕਰਦਾ ਹੈ। ਹਰਜੀਤ ਸਿੰਘ ਗਰੇਵਾਲ ਬੀਜੇਪੀ ਦੇ ਲੀਡਰ, ਉਹਨਾਂ ਨੇ ਵੀ ਕਿਹਾ ਕਿ ਮਾਨ ਨੂੰ ਸ਼ਾਇਦ ਕੋਈ ਫੋਬੀਆ ਹੋ ਗਿਆ ਹੈ ਕਿਉਂਕਿ ਐਸਜੀਪੀਸੀ ਚੋਣਾਂ ਦਾ ਬੀਜੇਪੀ ਜਾਂ ਆਰਐਸਐਸ ਦੇ ਨਾਲ ਕੋਈ ਤਲਕ ਨਹੀਂ ਹੈ, ਇਸ ਕਰਕੇ ਆਧਾਰਹੀਣ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਦਰਮਿਆਨ ਐਮਪੀ ਮਾਨ ਨੂੰ ਉਸ ਵਕਤ ਗੁੱਸਾ ਵੀ ਆ ਗਿਆ ਜਦੋਂ ਉਹ ਪ੍ਰੈਸ ਕਾਨਫਰੰਸ ਦੌਰਾਨ ਬੋਲ ਰਹੇ ਸੀ ਤਾਂ ਪਿੱਛੇ ਖੜੇ ਉਹਨਾਂ ਦੇ ਹੀ ਪਾਰਟੀ ਦੇ ਇੱਕ ਵਰਕਰ ਦਾ ਫੋਨ ਵੱਜ ਪਿਆ ਤੇ ਮਾਨ ਨੂੰ ਇੰਨਾ ਗੁੱਸਾ ਚੜਿਆ ਕਿ ਬਾਹ ਫੜ ਕੇ ਉਹਨਾਂ ਨੂੰ ਬਾਹਰ ਜਾਣ ਦੇ ਲਈ ਕਹਿ ਦਿੱਤਾ, ਗੈਟ ਆਊਟ ਕਹਿ ਦਿੱਤਾ। ਤੇ ਦੂਸਰੇ ਜਿਹੜੇ ਹੋਰ ਪਿੱਛੇ ਖੜੇ ਸੀ ਵਰਕਰ, ਉਹਨਾਂ ਨੂੰ ਕਹਿੰਦੇ ਜੇ ਤੁਸੀਂ ਵੀ ਫੋਨ ਸੁਣਨਾ ਤਾਂ ਤੁਸੀਂ ਵੀ ਬਾਹਰ ਚਲੇ ਜਾਓ। ਹਾਲਾਂਕਿ ਬਾਅਦ ਚੋਂ ਮਾਨ ਨੇ ਆਪਣੀ ਇਸ ਗਲਤੀ ਦੇ ਉੱਤੇ ਮਾਫੀ ਵੀ ਇੱਕ ਤਰੀਕੇ ਨਾਲ ਮੰਗੀ ਕਿ ਜਦੋਂ ਪ੍ਰੈਸ ਕਾਨਫਰੰਸ ਹੋਵੇ ਵਿੱਚੋਂ ਫੋਨ ਵੱਜ ਜਾਵੇ ਤਾਂ ਉਹ ਗਲਤ ਹੀ ਹੁੰਦਾ ਹੈ। ਇਹਨਾਂ ਨੇ ਕਿੰਨੇ ਧਿਆਨ ਨਾਲ ਉਹ ਬੋਲ ਰਹੇ ਨੇ, ਤੂੰ ਵੀ ਬਟਨ ਬੰਦ ਕਰ ਦੇ। ਚਲੋ ਗੈਟ ਆਊਟ, ਚਲੋ ਪਿੱਛੇ, ਚਲੋ ਇੱਧਰ, ਚਲੋ ਇੱਧਰ। ਸਿਮਰਨਜੀਤ ਮਾਨ ਨੇ 15 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਜਮਹੂਰੀਅਤ ਬਹਾਲ ਕਰਨ ਵਾਸਤੇ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਦੇ ਸਾਹਮਣੇ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਹੈ। 15 ਸਤੰਬਰ ਨੂੰ ਯੂਐਨ ਦਾ ਕੌਮਾਂਤਰੀ ਜਮਹੂਰੀਅਤ ਦਿਹਾੜਾ ਹੋਣ ਕਰਕੇ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਸਰਕਾਰ ਨੇ ਆਖਿਰਕਾਰ ਆਊਟਸੋਰਸ ਮੁਲਾਜ਼ਮਾਂ ਦਾ ਡੇਟਾ ਵੀ ਮੰਗ ਲਿਆ। ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵੱਲੋਂ ਨਿਯੁਕਤ ਕੀਤੇ ਆਊਟਸੋਰਸ ਕਰਮਚਾਰੀਆਂ ਅਤੇ ਉਹਨਾਂ ਦੇ ਠੇਕੇਦਾਰਾਂ ਆਊਟਸੋਰਸਿੰਗ ਏਜੰਸੀਆਂ ਦੀ ਕੁੱਲ ਗਿਣਤੀ ਦੇ ਅੰਕੜਿਆਂ ਨੂੰ ਇਕੱਠਾ ਕਰਨ ਦੇ ਹੁਕਮ ਦਿੱਤੇ ਨੇ। ਚੀਮਾ ਨੇ ਸੰਬੰਧਿਤ ਆਊਟਸੋਰਸਿੰਗ ਕੰਪਨੀਆਂ ਜਾਂ ਏਜੰਸੀਆਂ ਦੇ ਕਮਿਸ਼ਨ ਸਮੇਤ ਆਊਟਸੋਰਸਿੰਗ ਰਾਹੀਂ ਇਹਨਾਂ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਉੱਤੇ ਹੋਣ ਵਾਲੇ ਕੁੱਲ ਵਿੱਤੀ ਖਰਚੇ ਦੀ ਵੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਲਈ ਕਿਹਾ ਹੈ। ਦਰਅਸਲ ਲੰਬੇ ਸਮੇਂ ਤੋਂ ਜਿਹੜੇ ਠੇਕਾ ਮੁਲਾਜ਼ਮ ਨੇ ਉਹ ਪੱਕਾ ਕਰਨ ਦੀ ਆਪਣੇ ਆਪ ਨੂੰ ਮੰਗ ਕਰ ਰਹੇ ਨੇ ਤੇ ਪਿਛਲੇ ਦਿਨੀ ਸਰਕਾਰ ਨੇ ਜਿਹੜੇ ਕੱਚੇ ਮੁਲਾਜ਼ਮ ਭਰਤੀ ਕੀਤੇ ਨੇ ਉਹਨਾਂ ਦਾ ਡੇਟਾ ਤਾਂ ਮੰਗ ਲਿਆ ਸੀ ਪਰ ਆਊਟਸੋਰਸਿੰਗ ਕਾਮਿਆਂ ਦਾ ਨਹੀਂ ਮੰਗਿਆ ਸੀ, ਜਿਸ ਕਰਕੇ ਨਿਰਾਸ਼ਾ ਦੇ ਆਲਮ ਵਿੱਚ ਸਨ ਅਤੇ ਰੋਸ ਮੁਜ਼ਾਹਰੇ ਕਰ ਰਹੇ ਸਨ। ਕਿਸਾਨ ਲੀਡਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਝੋਨੇ ਦੀ ਖਰੀਦ ਉੱਤੇ ਸ਼ਰਤਾਂ ਲਾਉਣ ਦੇ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰ ਕਿਸਾਨਾਂ ਦੇ ਝੋਨੇ ਦੀ ਖਰੀਦ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਤੀ ਏਕੜ 25 ਕੁਇੰਟਲ ਝੋਨਾ ਖਰੀਦਣ ਦੀ ਜਿਹੜੀ ਸ਼ਰਤ ਲਾਈ ਜਾ ਰਹੀ ਹੈ ਉਸ ਦਾ ਤਿੱਖਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਥਾਵਾਂ ਤੇ ਝੋਨੇ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਜਾਂਦਾ ਹੈ, ਇਸ ਕਰਕੇ ਸਰਕਾਰ ਨੂੰ 25 ਕੁਇੰਟਲ ਪ੍ਰਤੀ ਏਕੜ ਵਾਲੀ ਸ਼ਰਤ ਹਟਾਉਣੀ ਚਾਹੀਦੀ ਹੈ। ਦੂਜੀ ਕਹਿੰਦੇ ਸਰਕਾਰ ਨੇ ਇਹ ਸ਼ਰਤ ਲਾ ਦਿੱਤੀ ਹੈ ਕਿ ਜ਼ਮੀਨਾਂ ਦੀ ਮਾਲਕੀ ਕਿਹੜੇ ਕਿਸਾਨ ਕੋਲ ਕਿੰਨੀ ਜ਼ਮੀਨ ਹੈ ਉਸ ਦਾ ਕਿੰਨਾ ਝੋਨਾ ਬਣੂਗਾ ਉਸ ਮੁਤਾਬਿਕ ਝੋਨਾ ਖਰੀਦਿਆ ਜਾਊਗਾ। ਇਹਦਾ ਮਤਲਬ ਤਾਂ ਕਹਿੰਦੇ ਇਹ ਹੋਇਆ ਕਿ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਨੇ ਉਹਨਾਂ ਲਈ ਮੁਸ਼ਕਿਲ ਖੜੀ ਹੋ ਜਾਊਗੀ। ਪਰ ਸੂਬਾ ਸਰਕਾਰ ਕਹਿੰਦੇ ਮੂਕ ਦਰਸ਼ਕ ਬਣ ਕੇ ਸਭ ਦੇਖ ਰਹੀ ਹੈ। ਉਹਨਾਂ ਨੇ ਸੂਬਾ ਸਰਕਾਰ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਸੈਂਟਰ ਸਰਕਾਰ ਦੇ ਵੱਲੋਂ ਸ਼ਰਤਾਂ ਲਾਈਆਂ ਜਾ ਰਹੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇ। ਨਾਲ ਹੀ ਉਹਨਾਂ ਨੇ
ਸਾਰੀਆਂ ਫਸਲਾਂ ਦੀ MSP ਦੀ ਮੰਗ ਵੀ ਦੁਹਰਾਈ। तो पंजाब सरकार ये सारे कुछ ਨੂੰ मूक दर्शक बन के देख रही हैगी आ। तो पंजाब ਦੀ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਉਹ ਪੰਜਾਬ ਦੇ ਵਿਰੋਧੀ ਜੋ ਕੇਂਦਰ ਸਰਕਾਰ ਫੈਸਲੇ ਲੈ ਰਹੀ ਆ, ਕਦੇ ਡੈਮ ਸੇਫਟੀ ਆ ਗਿਆ ਕਿ ਸੂਬਿਆਂ ਦਾ ਪਾਣੀਆਂ ਦਾ ਅਧਿਕਾਰ ਖੋਹ ਲਿਆ ਗਿਆ, ਡੈਮਾਂ ਦੇ ਉੱਪਰ ਕੇਂਦਰ ਸਰਕਾਰ ਨੇ ਕਬਜ਼ਾ ਕਰ ਲਿਆ, ਤਾਂ ਉਹ ਮੂਕ ਦਰਸ਼ਕ ਬਣ ਕੇ ਸਰਕਾਰ ਦੇਖਦੀ ਆ। ਕਦੇ ਉਹਨਾਂ ਨੇ ਵੀ ਚੰਡੀਗੜ੍ਹ ਦੇ ਵਿੱਚੋਂ ਜਿਹੜੇ ਹੈਗੇ ਆ ਪੰਜਾਬ ਦੇ ਸਰਵਿਸ ਰੂਲ ਉਹ ਖਤਮ ਕਰਤੇ, ਉਹਦੇ ਤੇ ਮੂਕ ਦਰਸ਼ਕ ਬਣ ਕੇ ਸਰਕਾਰ ਦੇਖਦੀ ਹੈਗੀ ਆ। ਤੇ ਹੁਣ ਜਦੋਂ ਦੁਨੀਆ ਭਰ 'ਚ ਅਨਾਜ ਦਾ ਸੰਕਟ ਆ ਤਾਂ ਸਰਕਾਰਾਂ ਤਾਂ ਭੱਜ ਕੇ ਅਨਾਜ ਨੂੰ ਉਹਨਾਂ ਨੂੰ ਖਰੀਦਣਾ ਚਾਹੀਦਾ, ਤੇ ਇੱਥੋਂ ਦੀ ਸਰਕਾਰ ਜਿਹੜੀ ਆ ਇੰਨੀ ਲੋਕ ਵਿਰੋਧੀ ਆ ਕਿ ਉਹ ਆਏ ਹੋਏ ਅਨਾਜ ਦੀ ਬੇਕਦਰੀ ਕਰਨ ਦੀਆਂ ਜਿਹੜੀਆਂ ਨੀਤੀਆਂ ਨੇ ਬਣਾ ਰਹੀ ਹੈਗੀ। ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਭੁਲਾਤੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਮੂੰਗੀ ਦੀ ਫਸਲ ਤੇ MSP ਨਾ ਮਿਲਣ ਵਾਲੇ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਦੇ ਵਾਅਦੇ ਮੁਤਾਬਕ ਹੀ ਫਸਲ ਬੀਜੀ ਸੀ, ਪਰ ਮਾੜੀ ਖਰੀਦ ਕਰਕੇ ਉਹਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਖਹਿਰਾ ਨੇ ਕਿਹਾ ਕਿ ਛੇਤੀ ਹੀ ਖਹਿਰਾ ਕਿਸਾਨਾਂ ਦੇ ਇੱਕ ਵਫਦ ਨੂੰ ਨਾਲ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਤਾਂ ਕਿ ਉਹ ਪੀੜਤ ਕਿਸਾਨਾਂ ਦੇ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਨ। ਖਹਿਰਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਐਤਕੀ 4,86,025 ਕੁਇੰਟਲ ਮੂੰਗੀ ਦੀ ਫਸਲ ਦੀ ਪੈਦਾਵਾਰ ਹੋਈ ਹੈ, ਪਰ ਸਰਕਾਰ ਨੇ ਸਿਰਫ 54,761 ਕੁਇੰਟਲ ਕਣਕ ਹੀ MSP ਦੇ ਭਾਅ ਤੇ ਖਰੀਦੀ ਹੈ, ਬਾਕੀ ਉਹਨਾਂ ਨੂੰ ਸਸਤੇ ਭਾਅ ਤੇ ਪ੍ਰਾਈਵੇਟ ਕੰਪਨੀਆਂ ਨੂੰ ਦੇਣੀ ਪਈ ਹੈ। ਹੁਣ ਇਸ ਮੁੱਦੇ ਤੋਂ ਚੀਫ ਮਿਨਿਸਟਰ ਸਾਹਿਬ ਭੱਜ ਨਹੀਂ ਸਕਦੇ। ਠੀਕ ਹੈ, ਦੂਜੀਆਂ ਗੱਲਾਂ ਤੋਂ ਝੂਠ ਬੋਲ ਕੇ ਕਹਿ ਰਹੀ ਕਿ ਅਸੀਂ ਤੇ ਕੋਈ ਗੱਲ ਕਹੀ ਨਹੀਂ ਸੀਗੀ, ਲੇਕਿਨ ਇਹ ਉਹਨਾਂ ਦਾ ਬਕਾਇਦਾ ਜਨਤਕ ਵਾਅਦਾ ਸੀਗਾ ਔਰ ਇਹ ਕੋਈ ਛੋਟਾ ਮੋਟਾ ਵਾਅਦਾ ਨਹੀਂ ਸੀਗਾ। ਮੈਂ ਕਿਉਂਕਿ ਅਸੀਂ ਕਿਸਾਨ ਕਾਂਗਰਸ ਦਾ ਮੈਨੂੰ ਸਾਰੇ ਦੇਸ਼ ਦਾ ਇੰਚਾਰਜ ਬਣਾਇਆ, ਉਹਨਾਂ ਨੇ ਪ੍ਰਧਾਨ ਬਣਾਇਆ ਪਾਰਟੀ ਨੇ, ਮੇਰਾ ਮੁੱਢਲਾ ਫਰਜ਼ ਹੈ ਕਿ ਜਿਹੜੀ ਸਰਕਾਰ ਨੇ ਕਮਿਟਮੈਂਟ ਕੀਤੀ ਹੈ ਘੱਟੋ ਘੱਟ ਉਹ ਸਰਕਾਰ ਆਪਣੀ ਉਸ ਕਮਿਟਮੈਂਟ ਦੇ ਹਿਸਾਬ ਦੇ ਨਾਲ ਸਾਰੇ ਕਿਸਾਨਾਂ ਨੂੰ ਉਹਦੀ ਅਦਾਇਗੀ ਕਰੇ। ਤਾਂ ਅਸੀਂ ਆ ਸਾਰਾ ਰਿਕਾਰਡ ਲੈ ਕੇ ਚੀਫ ਮਿਨਿਸਟਰ ਸਾਹਿਬ ਕੋਲੋਂ ਇੱਕ ਅਪਾਇੰਟਮੈਂਟ ਮੰਗਾਂਗੇ ਔਰ ਜਿਹੜਾ ਫਾਰਮਰ ਸਟੇਟ ਕਮਿਸ਼ਨ ਬਣਿਆ ਪ੍ਰੋਫੈਸਰ ਡਾਕਟਰ ਸੁਖਪਾਲ ਸਿੰਘ ਬਣਾਏ ਨੇ, ਉਹਨਾਂ ਬੜੇ ਅੱਛੇ ਆਦਮੀ ਨੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ, ਅਸੀਂ ਉਹਨਾਂ ਦੇ ਕੋਲ ਵੀ ਮਿਲਾਂਗੇ, ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਤੁਸੀਂ ਇਹ ਪੈਸਾ ਜਿਹੜਾ ਇਹ ਮੁਕੰਮਲ ਅਦਾਇਗੀ ਸਾਰੇ ਕਿਸਾਨਾਂ ਨੂੰ ਕਰੋ, ਕਿਉਂਕਿ ਅੱਜ ਕਿਸਾਨ ਜਿਹੜਾ ਵਾ ਉਹ ਬਹੁਤ ਵੱਡੇ ਪੱਧਰ ਤੇ ਕਰਜ਼ਈ ਹੋਣ ਕਰਕੇ ਰੋਜ਼ ਆਤਮ ਹੱਤਿਆ ਕਰ ਰਿਹਾ। ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫਤਾਰੀ ਤੇ ਹਾਈ ਕੋਰਟ ਨੇ ਰੋਕ ਬਰਕਰਾਰ ਰੱਖੀ ਹੈ। ਇਹ ਜੰਗਲਾਤ ਮਹਿਕਮੇ ਦੇ ਵਿੱਚ ਘੁਟਾਲੇ ਦਾ ਮਾਮਲਾ ਹੈ। ਗ੍ਰਿਫਤਾਰੀ ਉੱਤੇ 28 ਸਤੰਬਰ ਤੱਕ ਹੁਣ ਰੋਕ ਜਾਰੀ ਰਹੇਗੀ। ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਜਵਾਬ ਦਾਇਰ ਕਰਨ ਦੇ ਲਈ ਸਮਾਂ ਮੰਗਿਆ। ਗਿਲਜੀਆਂ ਨੇ FIR ਰੱਦ ਕਰਨ ਦੇ ਲਈ ਪਟੀਸ਼ਨ ਪਾਈ ਹੋਈ ਹੈ ਤੇ ਗਿਲਜੀਆਂ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਨਹੀਂ ਮਿਲ ਸਕੇ। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਆਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਇਲਜ਼ਾਮਾਂ ਦੇ ਘੇਰੇ ਦੇ ਵਿੱਚ ਨੇ। ਹਾਲਾਂਕਿ ਫੌਜਾ ਸਿੰਘ ਸਰਾਰੀ ਨੇ ਕਿਹਾ ਹੈ ਕਿ ਇਸ ਆਡੀਓ ਨੂੰ ਐਡਿਟ ਕੀਤਾ ਗਿਆ ਹੈ, ਰੀ-ਐਡਿਟ ਕਰਕੇ ਧੋਖੇ ਦੇ ਨਾਲ ਬਣਾਈ ਇਹ ਵੀਡੀਓ ਹੈ, ਮੇਰੀ ਆਵਾਜ਼ ਹੈ ਹੀ ਨਹੀਂ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੜ ਤੋਂ ਫੌਜਾ ਸਿੰਘ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸਰਾਰੀ ਖਿਲਾਫ FIR ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਵੀ ਕੀਤੀ ਹੈ। ਖਹਿਰਾ ਨੇ ਵੀਡੀਓ ਜਿਹੜੀ ਪਾਈ ਹੈ ਆਪਣੇ ਪੇਜ ਦੇ ਉੱਤੇ, ਉਹਦੀ ਕੈਪਸ਼ਨ ਦੇ ਵਿੱਚ ਲਿਖਿਆ ਕਿ ਦੋਸਤੋ ਅੱਜ ਅਖੌਤੀ ਕੱਟੜ ਇਮਾਨਦਾਰਾਂ ਦੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਅੰਨੇ ਭਗਤ ਇਸ ਵੀਡੀਓ ਤੋਂ ਦੂਰ ਰਹਿਣ। ਉਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਪਿਛਲੇ 70 ਸਾਲਾਂ ਦੇ ਵਿੱਚ ਕਿਸੇ ਵੀ ਮੰਤਰੀ ਸਿਆਸੀ ਲੀਡਰ ਨੇ ਇਸ ਤਰ੍ਹਾਂ ਦੀ ਕੋਝੀ ਚਾਲ ਨਹੀਂ ਚੱਲੀ ਜਿਵੇਂ ਆਮ ਆਦਮੀ ਪਾਰਟੀ ਦੇ ਇਸ ਮੰਤਰੀ ਨੇ ਚੱਲੀ ਹੈ। ਇਸ ਤਰ੍ਹਾਂ ਪੈਸੇ ਮੰਗਣ ਵਰਗੀ ਵੱਡੀ ਬਦਮਾਸ਼ੀ ਕਹਿੰਦੇ ਮੈਂ ਕਦੇ ਨਹੀਂ ਦੇਖੀ। ਨਾਲ ਹੀ ਖਹਿਰਾ ਨੇ ਡਾਕਟਰ ਵਿਜੇ ਸਿੰਗਲਾ ਦੇ ਬਰਖਾਸਤਗੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਜੇ ਸਿੰਗਲਾ ਨੂੰ ਤਾਂ ਮੁੱਖ ਮੰਤਰੀ ਨੇ ਬਿਨਾਂ ਸਬੂਤ ਦਿਖਾਏ ਗ੍ਰਿਫਤਾਰ ਕਰਵਾਇਆ ਸੀ, ਪਰ ਸਰਾਰੀ ਦੇ ਸਬੂਤ ਤਾਂ ਸਾਹਮਣੇ ਨੇ। ਹੁਣ ਦੇਖਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਫਿਰ ਤੁਹਾਡੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉਹ ਇਸ ਮਸਲੇ ਤੇ ਕਦੋਂ ਬੋਲਦੇ ਨੇ, ਕਦੋਂ ਆਪਣੀ ਇਮਾਨਦਾਰੀ ਦਾ ਸਬੂਤ ਦਿੰਦੇ ਨੇ। ਜਿਹੜਾ ਕੱਟੜ ਇਮਾਨਦਾਰ ਦੀ ਗੱਲ ਕਰਦਾ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਜਿਹੜਾ ਉਸ ਦਾ ਪੈਰੋਕਾਰ ਹੈ, ਅੱਜ ਉਹਨਾਂ ਦੇ ਇਮਤਿਹਾਨ ਦੀ ਕੜੀ ਹੈ ਕਿ ਕੀ ਫੌਜਾ ਸਿੰਘ ਨੂੰ ਆਪਣੀ ਕੈਬਨਿਟ ਚੋਂ ਕੱਢਦੇ ਨੇ, ਨਾ ਸਿਰਫ ਕੱਢਦੇ ਨੇ ਪਰਚਾ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਥੱਲੇ ਤੱਕ ਮੈਸੇਜ ਜਾਵੇ ਕਿ ਹਾਂ ਇਹ ਸਰਕਾਰ ਜਿਹੜੀ ਹੈ ਇਹ ਜੈਨੂਅਨਲੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਦੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸ਼ੁਰੂ ਵਿੱਚ ਡਾਕਟਰ ਵਿਜੇ ਸਿੰਗਲਾ ਆਪਣੇ ਹੀ ਮਿਨਿਸਟਰ ਨੂੰ ਭਗਵੰਤ ਮਾਨ ਨੇ ਇਹ ਕਹਿ ਕੇ ਕੱਢਿਆ ਕਿ ਸਾਡੇ ਕੋਲ ਬਹੁਤ ਸਬੂਤ ਆ ਗਏ ਨੇ ਔਰ ਅਸੀਂ ਇਸ ਤਰ੍ਹਾਂ ਦੀ ਕਰਪਸ਼ਨ ਕਦੀ ਟੋਲਰੇਟ ਨਹੀਂ ਕਰਾਂਗੇ। ਉਸ ਨੂੰ ਕੱਢਿਆ, ਉਸ ਨੂੰ ਗ੍ਰਿਫਤਾਰ ਕੀਤਾ, ਉਸ ਨੂੰ ਜੇਲ੍ਹ ਭੇਜਿਆ, ਲੇਕਿਨ ਉਹਦੀ ਆਡੀਓ
ਜਾਂ ਉਹਦੇ ਸਬੂਤ ਅੱਜ ਤੱਕ ਜਨਤਕ ਨਹੀਂ ਕੀਤੇ ਗਏ। ਹਾਲਾਂਕਿ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਜਾਂ ਫਿਰ ਅਰਵਿੰਦ ਕੇਜਰੀਵਾਲ ਖੁਦ ਹੋਣ ਜਾਂ ਫਿਰ ਹੋਰ ਕੋਈ ਵੱਡਾ ਲੀਡਰ ਹੋਵੇ, ਕੋਈ ਵੀ ਨਹੀਂ ਬੋਲਿਆ, ਪਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਰੂਰ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੀਤ ਹੇਅਰ ਨੇ ਕਿਹਾ ਕਿ ਕਈ ਸੌਫਟਵੇਅਰ ਦੇ ਨਾਲ ਫਰਜ਼ੀ ਆਡੀਓ ਵੀਡੀਓ ਬਣਾਉਣਾ ਸੰਭਵ ਹੈ, ਇਸ ਤਰ੍ਹਾਂ ਹੋ ਸਕਦਾ ਹੈ ਤੇ ਜੇ ਕੁਝ ਗਲਤ ਸਾਬਿਤ ਹੋਇਆ ਤਾਂ ਕਾਰਵਾਈ ਹੋਏਗੀ। ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦਾ ਸਟੈਂਡ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਬਿਲਕੁਲ ਸਪਸ਼ਟ ਹੈ, ਪਹਿਲਾਂ ਵੀ ਅਸੀਂ ਇੱਕ ਮੰਤਰੀ ਤੇ ਕਾਰਵਾਈ ਕਰ ਚੁੱਕੇ ਹਾਂ। ਦੇਖੋ ਅੱਜ ਕੱਲ ਨਾ ਬੜੇ ਇਦਾਂ ਦੇ ਇਲੈਕਟ੍ਰੋਨਿਕ ਡਿਵਾਈਸ ਆ ਗਏ, ਤੁਸੀਂ ਕਿਸੇ ਦੀ ਆਡੀਓ ਕੁਝ ਜਿਹੜਾ ਕਰਕੇ ਉਹ ਕਰ ਲਓ ਨਾ, ਜਿੰਨਾ ਟਾਈਮ ਕੋਈ ਇਦਾਂ ਦਾ ਪੱਕਾ ਕੋਈ ਪ੍ਰੂਫ ਨਹੀਂ ਆਉਂਦਾ ਉਹਦੇ ਤੇ ਮੈਨੂੰ ਨਹੀਂ ਲੱਗਦਾ ਕੋਈ ਕਮੈਂਟ ਜਿਹੜਾ ਉਹ ਕਰਨਾ ਚਾਹੀਦਾ। ਬਾਕੀ ਦੇਖੋ ਇੱਕ ਮਿੰਟ, ਸਾਡੀ ਸਰਕਾਰ ਦੀ ਇਹ ਤਾਂ ਕੋਈ ਪੰਜਾਬ 'ਚ ਨਹੀਂ, ਸਾਰੇ ਦੇਸ਼ ਜਾਣਦਾ ਕਿ ਆਮ ਆਦਮੀ ਪਾਰਟੀ ਸਾਡੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਹੈ। ਅਸੀਂ ਪਹਿਲਾਂ ਵੀ ਤੁਸੀਂ ਆਪ ਕਿ ਅਸੀਂ ਆਪਦਾ ਮੰਤਰੀ ਨਹੀਂ ਬਖਸ਼ਿਆ, ਚਾਹੇ ਕੋਈ ਸੰਤਰੀ ਹੈ ਚਾਹੇ ਕੋਈ ਮੰਤਰੀ ਹੈ, ਸਾਡੀ ਪਾਰਟੀ 'ਚ ਕਰਪਸ਼ਨ ਲਈ ਕੋਈ ਸਿੱਪੀ ਸਿੱਧੂ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਦੇ ਵਕੀਲ ਨੇ ਸੀਬੀਆਈ ਜਾਂਚ ਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਹੈ ਕਿ ਚਾਰਜ ਸ਼ੀਟ ਦੇ ਵਿੱਚ ਲਿਖਿਆ ਗਿਆ ਕਿ ਕਲਿਆਣੀ ਨੇ ਸਿੱਪੀ ਤੇ 2 ਫਾਇਰ ਕੀਤੇ। ਪਹਿਲਾਂ ਸੀਬੀਆਈ ਕਹਿ ਰਹੀ ਸੀ ਕਿ ਕਲਿਆਣੀ ਨੇ ਸੁਪਾਰੀ ਦਿੱਤੀ, ਹੁਣ ਕਹਿ ਰਹੀ ਹੈ ਕਿ ਕਲਿਆਣੀ ਨੇ ਆਪ ਫਾਇਰ ਕੀਤੇ। ਕਲਿਆਣੀ ਦੇ ਵਕੀਲ ਨੇ ਸਵਾਲ ਚੁੱਕੇ ਨੇ ਕਿ ਸੀਬੀਆਈ ਦੇ ਕੋਲ ਕੋਈ ਸਬੂਤ ਨਹੀਂ ਹਨ ਤੇ ਕਲਿਆਣੀ ਨੂੰ ਹਾਈ ਕੋਰਟ ਨੇ ਜ਼ਮਾਨਤ ਵੀ ਦੇ ਦਿੱਤੀ ਹੈ। ਸੀਬੀਆਈ ਨੇ 15 ਜੂਨ ਨੂੰ ਕਲਿਆਣੀ ਨੂੰ ਗ੍ਰਿਫਤਾਰ ਕੀਤਾ ਸੀ। 2015 ਦੇ ਵਿੱਚ ਨੈਸ਼ਨਲ ਸ਼ੂਟਰ ਸਿੱਪੀ ਸਿੱਧੂ ਦੀ ਪਾਰਕ ਦੇ ਵਿੱਚ ਲਾਸ਼ ਮਿਲੀ ਸੀ ਅਤੇ ਕਲਿਆਣੀ ਉਸ ਦੀ ਦੋਸਤ ਸੀ। ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਡੇਰਾ ਬਿਆਸ ਦੇ ਵੱਲੋਂ 25 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ। ਜ਼ਮੀਨਾਂ ਦੀਆਂ ਫਰਦਾਂ ਦਿਖਾਉਂਦੇ ਹੋਏ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਹਜ਼ਾਰਾਂ ਏਕੜ ਜ਼ਮੀਨ ਤੇ ਕਬਜ਼ਾ ਕੀਤੇ ਹੋਣ ਦੇ ਬਾਵਜੂਦ ਵੀ ਸਰਕਾਰੀ ਸ਼ਹਿ ਪ੍ਰਾਪਤ ਹੋਣ ਕਰਕੇ ਇਹਨਾਂ ਦੇ ਖਿਲਾਫ ਕੋਈ ਨਹੀਂ ਬੋਲਦਾ। ਇਹਨਾਂ ਦੀ ਗੁੰਡਾਗਰਦੀ ਇੰਨੀ ਵੱਧ ਗਈ ਹੈ ਕਿ ਇਹਨਾਂ ਨੇ ਇੱਕ ਮਰੇ ਹੋਏ ਵਿਅਕਤੀ ਦੀ ਜ਼ਮੀਨ ਨੂੰ ਵੀ ਧੋਖੇ ਨਾਲ ਹੜੱਪ ਲਿਆ। ਹੋਰ ਵੀ ਕਈ ਗੱਲਾਂ ਸਾਹਮਣੇ ਰੱਖੀਆਂ ਤੇ ਦਾਅਵਾ ਕੀਤਾ ਕਿ ਡੇਰਾ ਹੁਣ ਪਿੰਡ ਢਲਵਾਂ ਦੀ 100 ਏਕੜ ਜ਼ਮੀਨ ਵੀ ਦੱਬਣ ਨੂੰ ਫਿਰਦਾ ਹੈ ਤੇ ਇਸ ਡੇਰੇ ਨੇ ਇਲਾਕੇ ਵਿੱਚ ਅਨੁਸੂਚਿਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਪਲਾਟ ਵੀ ਕਹਿੰਦੇ ਦੱਬੇ ਹੋਏ ਨੇ। ਸਰਕਾਰ ਨੂੰ ਸਿਰਸਾ ਨੇ ਅਪੀਲ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਆਮ ਆਦਮੀ ਨੂੰ ਹੀ ਤੰਗ ਨਾ ਕੀਤਾ ਜਾਵੇ। ਸਾਡੀ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ 2009 ਤੋਂ ਲੈ ਕੇ ਅੱਜ ਤੱਕ ਬਹੁਤ ਵੱਡੇ ਉਪਰਾਲੇ ਕੀਤੇ ਗਏ ਨੇ ਅਤੇ ਅਸੀਂ ਇਹ ਨਿਗਾਹ ਪੇ ਜ਼ਬਾਨੀ ਪ੍ਰੈਸ ਮੀਟਿੰਗਾਂ ਕੀਤੀਆਂ ਨੇ ਜਾਂ ਐਵੇਂ ਰੌਲਾ ਪਾਏ ਗਏ ਆ। ਹਾਈ ਕੋਰਟ ਦੇ ਵਿੱਚ ਮੇਰੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਜਿਹੜੀ ਕਿ ਪਿੰਡ ਵੜੈਚ ਦੀ 80 ਏਕੜ ਜ਼ਮੀਨ ਜਿਹਦੀ ਇਹ ਬੋਲੀ ਹੋ ਰਹੀ ਸੀ 4 ਤੇ 5 ਜਨਵਰੀ 2016 ਨੂੰ ਕੌਡੀਆਂ ਦੇ ਭਾਅ ਇਹ ਜ਼ਮੀਨ ਜਿਹੜੀ ਸੀ ਡੇਰਾ ਲੈ ਰਿਹਾ ਸੀ ਔਰ ਇਸ ਜ਼ਮੀਨ ਦੇ ਉੱਤੇ ਜਿਹੜਾ ਕਬਜ਼ਾ ਹੈ ਉਹ ਡੇਰੇ ਦਾ ਬਹੁਤ ਲੰਬੇ ਸਮੇਂ ਤੋਂ ਆ ਔਰ ਇਹ ਬੋਲੀ ਜਿਹੜੀ ਹੋ ਰਹੀ ਸੀ ਉਸ ਬੋਲੀ ਨੂੰ ਅਸੀਂ ਹਾਈ ਕੋਰਟ ਦੇ ਆਰਡਰਾਂ ਰਾਹੀਂ ਮਤਲਬ ਕਿ ਜਿਹੜਾ ਪਹੁੰਚ ਕਰਕੇ ਤੇ ਉਹ ਰੱਦ ਕਰਵਾਏ ਔਰ ਉਸ ਤੋਂ ਬਾਅਦ ਮੇਰੇ ਵੱਲੋਂ ਇਸ ਜ਼ਮੀਨ ਨੂੰ ਜਿਹੜਾ ਸੀ ਉਹ ਛਡਾਉਣ ਵਾਸਤੇ ਜਿਹੜਾ ਸੀ ਐਪਲੀਕੇਸ਼ਨਾਂ ਦਿੱਤੀਆਂ ਗਈਆਂ, ਲੇਕਿਨ ਅੱਜ ਤੱਕ ਕਿਸੇ ਵੀ ਐਪਲੀਕੇਸ਼ਨ ਤੇ ਜਿਹੜੀ ਸਰਕਾਰ ਨੇ ਤੁਸੀਂ ਵੇਖ ਸਕਦੇ ਹੋ ਕਿ ਇਹ ਡਾਇਰੈਕਟਰ ਪੰਚਾਇਤ ਨੂੰ ਜਿਹੜੀਆਂ ਸੀ ਇਹ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਤੇ ਇਹ 80 ਏਕੜ ਜ਼ਮੀਨ ਜਿਹੜੀ ਆ ਇਹ ਪੰਚਾਇਤ ਦੀ ਜ਼ਮੀਨ ਹੈ, ਕਬਜ਼ਾ ਡੇਰਾ ਰਾਧਾ ਸਵਾਮੀ ਦਾ ਤੇ ਇਹ ਕਬਜ਼ਾ ਛਡਵਾ ਕੇ ਤੇ ਇਹਨਾਂ ਤੋਂ ਜਿਹੜਾ ਉਹ ਆਮ ਲੋਕਾਂ ਦੇ ਵਿੱਚ ਬੋਲੀ ਕਰਵਾ ਕੇ ਤੇ ਇਹ ਪੰਚਾਇਤ ਨੂੰ ਜ਼ਮੀਨ ਜਿਹੜੀ ਆ ਉਹ ਦਵਾਈ ਜਾਵੇ, ਲੇਕਿਨ ਅੱਜ ਤੱਕ ਉੱਤੇ ਕੋਈ ਕਾਰਵਾਈ ਨਹੀਂ ਹੋਈ। ਸੀਬੀਆਈ ਨੇ ਜੰਮੂ ਕਸ਼ਮੀਰ ਦੇ ਵਿੱਚ ਸਬ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਦੇ ਵਿੱਚ ਜੰਮੂ ਕਸ਼ਮੀਰ ਸੇਵਾ ਚੋਣ ਬੋਰਡ ਦੇ ਸਾਬਕਾ ਚੇਅਰਮੈਨ ਖਾਲਿਦ ਜਹਾਂਗੀਰ ਦੇ ਟਿਕਾਣਿਆਂ ਸਮੇਤ 33 ਥਾਵਾਂ ਤੇ ਮੰਗਲਵਾਰ ਨੂੰ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਅਸ਼ੋਕ ਕੁਮਾਰ ਦੇ ਅਹਾਤੇ ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਛਾਪੇ ਜੰਮੂ, ਸ਼੍ਰੀਨਗਰ, ਹਰਿਆਣਾ ਦੇ ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਗੁਜਰਾਤ ਦੇ ਵਿੱਚ ਗਾਂਧੀਨਗਰ, ਦਿੱਲੀ, ਉੱਤਰ ਪ੍ਰਦੇਸ਼ ਵਿੱਚ ਗਾਜ਼ੀਆਬਾਦ ਅਤੇ ਕਰਨਾਟਕਾ ਦੇ ਬੰਗਲੌਰ ਦੇ ਵਿੱਚ ਵੀ ਮਾਰੇ ਗਏ, ਯਾਨੀ ਕਿ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਈਡੀ ਦੇ ਵੱਲੋਂ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ 60 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਤੇ ਉਹ ਖਾਸ ਤੌਰ ਤੇ ਗੈਂਗਸਟਰਾਂ ਦੇ ਟਿਕਾਣਿਆਂ ਤੇ ਕੀਤੀ ਗਈ ਸੀ।
ਬੁਲੇਟਿਨ ਦੇ ਵਿੱਚ ਹਾਦਸਿਆਂ ਦੇ ਨਾਲ ਜੁੜੀਆਂ ਕੁਝ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਦੇ ਮਾਛੀਵਾੜੇ ਤੋਂ ਖਬਰ ਹੈ, ਜਿੱਥੇ ਨੇੜਲੇ ਪਿੰਡ ਦੇ ਵਿੱਚ ਅਧਿਆਪਕ ਨੂੰ 8 ਸਾਲ ਦੀ ਬੱਚੀ ਦੇ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਨੇ ਕੁਟਾਪਾ ਚਾੜ ਦਿੱਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸਰਕਾਰੀ ਪ੍ਰਾਇਮਰੀ ਸਕੂਲ ਦੀ 8 ਸਾਲ ਦੀ ਚੌਥੀ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਨੇ ਆਪਣੇ ਮਾਪਿਆਂ ਨੂੰ ਘਰੇ ਜਾ ਕੇ ਦੱਸਿਆ ਕਿ ਉਸਦਾ ਅਧਿਆਪਕ ਗਲਤ ਹਰਕਤਾਂ ਕਰਦਾ ਹੈ ਤੇ ਨਾਲ ਹੀ ਕਥਿਤ ਤੌਰ ਤੇ ਧਮਕੀਆਂ ਵੀ ਦਿੰਦਾ ਹੈ ਕਿ ਜੇ ਉਹਨੇ ਮਾਪਿਆਂ ਨੂੰ ਦੱਸਿਆ ਤਾਂ ਉਹਦੇ ਕੁੱਟ ਪਊਗੀ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਕੁਝ ਦਿਨਾਂ ਤੋਂ ਸਹਿਮੀ ਹੋਈ ਦਿਖਾਈ ਦੇ ਰਹੀ ਸੀ ਤੇ ਉਹਨੇ ਫਿਰ ਆਪਣੀ ਦਾਦੀ ਮਾਂ ਨੂੰ ਸਾਰੀ ਗੱਲ ਦੱਸੀ। ਫਿਰ ਪਿੰਡ ਦੇ ਲੋਕ ਤੇ ਪੰਚਾਇਤ ਸਕੂਲ ਪਹੁੰਚ ਗਏ, ਜਿੱਥੇ ਪਹਿਲਾਂ ਤਾਂ ਉਹਨਾਂ ਨੇ ਅਧਿਆਪਕ ਨੂੰ ਖੂਬ ਕੁਟਾਪਾ ਚਾੜਿਆ ਤੇ ਫਿਰ ਪੁਲਿਸ ਨੂੰ ਸੂਚਨਾ ਦੇ ਦਿੱਤੀ। ਅਧਿਆਪਕ ਨੂੰ ਕੂਮ ਕਲਾਂ ਦੀ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ। ਪਿੰਡ ਵਾਸੀਆਂ ਨੇ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਹਾਲਾਂਕਿ ਇਸ ਦਰਮਿਆਨ ਅਧਿਆਪਕ ਨੇ ਪਿੰਡ ਵਾਸੀਆਂ ਤੋਂ ਹੱਥ ਜੋੜ ਕੇ ਖੂਬ ਮਾਫੀਆਂ ਵੀ ਮੰਗੀਆਂ, ਪਰ ਪਿੰਡ ਵਾਲਿਆਂ ਨੇ ਮਾਫ ਨਹੀਂ ਕੀਤਾ ਕਿਉਂਕਿ ਹਰਕਤ ਹੀ ਉਸਨੇ ਅਜਿਹੀ ਕੀਤੀ। ਤੇਲੰਗਾਨਾ ਤੋਂ ਵੱਡੇ ਹਾਦਸੇ ਦੀ ਖਬਰ ਹੈ, ਜਿੱਥੇ ਸਿਕੰਦਰਾਬਾਦ ਦੇ ਵਿੱਚ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇਲੈਕਟ੍ਰੋਨਿਕ ਬਾਈਕ ਸ਼ੋਰੂਮ ਦੇ ਵਿੱਚ ਅੱਗ ਲੱਗ ਗਈ ਤੇ ਅੱਗ ਉੱਪਰ ਬਣੇ ਹੋਟਲ ਦੇ ਵਿੱਚ ਵੀ ਫੈਲ ਗਈ, ਜਿਸ ਕਾਰਨ 8 ਜਣਿਆਂ ਦੀ ਸੜ ਕੇ ਮੌਤ ਹੋ ਗਈ, 5 ਹੋਰ ਲੋਕ ਜ਼ਖਮੀ ਹੋ ਗਏ। ਪੁਲਿਸ ਦੇ ਦੱਸਣ ਮੁਤਾਬਿਕ ਪਹਿਲਾਂ ਸ਼ੋਰੂਮ ਦੇ ਵਿੱਚ ਅੱਗ ਲੱਗੀ, ਉਸ ਤੋਂ ਬਾਅਦ ਉੱਤੇ ਬਣੇ ਹੋਟਲ ਦੇ ਵਿੱਚ ਫੈਲ ਗਈ। ਜਿਸ ਵਕਤ ਹੋਟਲ 'ਚ ਅੱਗ ਲੱਗੀ ਉੱਥੇ 25 ਤੋਂ 30 ਲੋਕ ਮੌਜੂਦ ਸਨ। ਫਾਇਰ ਫਾਈਟਰਸ ਨੇ ਬਹੁ ਮੰਜ਼ਲਾ ਇਮਾਰਤ ਵਿੱਚ ਫਸੇ ਵਿਅਕਤੀਆਂ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ, ਕਈਆਂ ਨੂੰ ਬਚਾਇਆ ਵੀ ਗਿਆ, ਪਰ 8 ਜਣਿਆਂ ਨੂੰ ਨਹੀਂ ਬਚਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤੇਲੰਗਾਨਾ ਦੇ ਮੰਤਰੀ ਕੇਟੀ ਰਾਮਾ ਰਾਓ ਨੇ ਜਾਨਾਂ ਦੇ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਪੀੜਤਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ। ਪੰਜਾਬ ਦੇ ਮਾਛੀਵਾੜਾ ਤੋਂ ਜਿਹੋ ਜੀ ਖਬਰ ਸੀ, ਉਹੋ ਜੀ ਖਬਰ ਮੱਧ ਪ੍ਰਦੇਸ਼ ਤੋਂ ਵੀ ਆਈ ਹੈ। ਇੱਥੇ ਰਾਜਧਾਨੀ ਭੋਪਾਲ ਦੇ ਵਿੱਚ ਇੱਕ 3.5 ਸਾਲ ਦੀ ਨਰਸਰੀ ਦੀ ਵਿਦਿਆਰਥਣ ਦੇ ਨਾਲ ਉਸਦੇ ਸਕੂਲ ਬੱਸ ਡਰਾਈਵਰ ਨੇ ਬੱਸ ਦੇ ਅੰਦਰ ਹੀ ਕਥਿਤ ਤੌਰ ਤੇ ਬਲਾਤਕਾਰ ਕੀਤਾ। ਪੁਲਿਸ ਨੇ ਬੱਸ ਡਰਾਈਵਰ ਅਤੇ ਮਹਿਲਾ ਅਟੈਂਡੈਂਟ ਨੂੰ ਗ੍ਰਿਫਤਾਰ ਕਰ ਲਿਆ, ਜੋ ਬੱਚੇ ਦੇ ਮਾਤਾ-ਪਿਤਾ ਮੁਤਾਬਿਕ ਜਦੋਂ ਘਟਨਾ ਵਾਪਰੀ ਸੀ ਤਾਂ ਗੱਡੀ ਦੇ ਅੰਦਰ ਹੀ ਮੌਜੂਦ ਸਨ। ਇਹ ਵੀ ਪਤਾ ਲੱਗਿਆ ਕਿ ਇਸ ਪੂਰੇ ਮਾਮਲੇ ਨੂੰ ਸਕੂਲ ਨੇ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਦੀ ਭੂਮਿਕਾ ਦੀ ਜਾਂਚ ਕੀਤੀ ਜਾਊਗੀ ਤੇ ਕਾਰਵਾਈ ਵੀ ਕੀਤੀ ਜਾਊਗੀ। ਇਸ ਮਾਮਲੇ ਵਿੱਚ ਸਕੂਲ ਪ੍ਰਿੰਸੀਪਲ ਦੇ ਨਾਲ ਮੱਧ ਪ੍ਰਦੇਸ਼ ਦੇ ਪੱਤਰਕਾਰਾਂ ਨੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ। ਸ਼ਹਿਰ ਦੇ ਪ੍ਰਮੁੱਖ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੀ ਬੱਚੀ ਬੱਸ ਵਿੱਚ ਸਵਾਰ ਹੋ ਕੇ ਜਦੋਂ ਘਰ ਪਰਤ ਰਹੀ ਸੀ, ਉਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇ ਅਜਿਹੀਆਂ ਘਟਨਾਵਾਂ ਸੱਚਮੁੱਚ ਇਸ ਮੁਲਕ ਦੇ ਵਿੱਚ ਰਹਿੰਦੇ ਇਨਸਾਨਾਂ ਨੂੰ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਕਿ ਆਖਿਰਕਾਰ ਬੱਚੀਆਂ ਸੇਫ ਕਿਤੇ ਨੇ, ਕਿਉਂਕਿ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਨ ਜਾਂਦੇ ਨੇ ਉਹਨਾਂ ਨੂੰ ਮਾਪੇ ਸਕੂਲ ਦੀਆਂ ਵੈਨਾਂ ਦੇ ਵਿੱਚ ਤੋਰਦੇ ਨੇ ਤੇ ਸੁਰੱਖਿਅਤ ਵੀ ਮਹਿਸੂਸ ਕਰਦੇ ਨੇ ਕਿ ਜੇ ਇਹਨਾਂ ਨੂੰ ਸੜਕਾਂ ਦੇ ਰਾਹੀਂ ਪੈਦਲ ਭੇਜਿਆ ਜਾਊ ਜਾਂ ਸਾਈਕਲਾਂ ਤੇ ਭੇਜਿਆ ਜਾਊਗਾ, ਉਹ ਬਹੁਤ ਜ਼ਿਆਦਾ ਖਤਰਨਾਕ ਹੈ ਅੱਜ ਦੇ ਸਮੇਂ ਦੇ ਵਿੱਚ। ਤੇ ਸਕੂਲ ਵੈਨਾਂ ਦੇ ਵਿੱਚ ਸੇਫ ਹੋਣਗੇ, ਪਰ ਜਦੋਂ ਵੈਨਾਂ ਦੇ ਵਿੱਚੋਂ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਲੱਗ ਜਾਣ ਤਾਂ ਮਾਪੇ ਕੀ ਕਰਨਗੇ। ਹਰਿਆਣਾ ਦੇ ਗੁਰੂਗ੍ਰਾਮ ਤੋਂ ਖਬਰ ਹੈ, ਜਿੱਥੇ ਤੜਕੇ ਬੰਬ ਦੀ ਧਮਕੀ ਦੇ ਕਾਰਨ ਦਹਿਸ਼ਤ ਫੈਲ ਗਈ। ਇੱਕ ਹੋਟਲ ਦੇ ਵਿੱਚ ਬੰਬ ਸੁੱਟਣ ਦੀ ਧਮਕੀ ਦਿੱਤੀ ਗਈ। ਪੁਲਿਸ ਦੇ ਨਾਲ ਬੰਬ ਠੁੱਸ ਕਰਨ ਵਾਲਾ ਜਿਹੜਾ ਦਸਤਾ ਹੁੰਦਾ ਹੈ, ਉਸਨੇ ਹੋਟਲ ਦੀ ਤਲਾਸ਼ੀ ਲਈ। ਤੜਕੇ ਕਰੀਬ 11:15 ਵਜੇ ਐਂਬੀਐਂਸ ਮਾਲ ਕੰਪਲੈਕਸ ਦੇ ਲੀਲਾ ਹੋਟਲ ਦੇ ਵਿੱਚ ਬੰਬ ਹੋਣ ਦਾ ਫੋਨ ਆਇਆ ਸੀ। ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ, ਲੋਕਾਂ ਨੂੰ ਬਾਹਰ ਕੱਢ ਕੇ ਤਲਾਸ਼ੀ ਲਈ ਗਈ ਤੇ ਹੋਟਲ ਨੂੰ ਜਿਸ ਮੋਬਾਈਲ ਨੰਬਰ ਤੋਂ ਧਮਕੀ ਭਰੀ ਕਾਲ ਆਈ ਸੀ, ਉਹ ਫੋਨ ਬਾਅਦ ਵਿੱਚ ਬੰਦ ਹੋ ਗਿਆ। ਅਮਰੀਕਾ ਤੋਂ ਇੱਕ ਖਬਰ ਤੁਹਾਨੂੰ ਦੱਸਦੇ ਹਾਂ, ਇੱਥੇ ਬੜਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੱਲ ਸੁਣ ਕੇ ਸਾਰੇ ਹੀ ਮੂੰਹ ਦੇ ਵਿੱਚ ਉਂਗਲਾਂ ਪਾ ਲੈਂਦੇ ਨੇ ਕਿ ਅਜਿਹਾ ਵੀ ਹੋ ਸਕਦਾ ਹੈ। ਅਮਰੀਕਾ ਦੇ ਨਾਰਥ ਕੈਰੋਲੀਨਾ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਇੱਕ ਮ੍ਰਿਤਕ ਇਨਸਾਨ ਮੁੜ ਜਿਉਂਦਾ ਹੋ ਗਿਆ। ਆਮ ਤੌਰ ਤੇ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਜਿਹੜੇ ਲੋਕ ਆ ਜਾਂ ਫਿਰ ਹੋਰ ਹਿੱਸਿਆਂ ਦੇ ਵਿੱਚ ਰਹਿੰਦੇ ਲੋਕ ਅਕਸਰ ਅਜਿਹੀਆਂ ਘਟਨਾਵਾਂ ਸੁਣਦੇ ਰਹਿੰਦੇ ਆ ਕਿ ਬੰਦਾ ਜਾਂ ਉਹ ਬੁੜੀ ਮਰ ਗਈ ਸੀ ਪਰ ਫਿਰ ਉਹ ਜਿਉਂਦੀ ਹੋ ਗਈ, ਜਦੋਂ ਉਹਨੂੰ ਸਾੜਨ ਲੱਗੇ ਤੇ ਉਹ ਉੱਠ ਖੜੀ ਹੋਈ ਸੀ। ਤੇ ਇਹੋ ਜਿਹੀ ਘਟਨਾ ਹੀ ਸਾਹਮਣੇ ਆਈ ਹੈ। ਇੱਕ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਡੋਨੇਸ਼ਨ ਦੇ ਲਈ ਉਸਦੇ ਸਰੀਰ ਦੇ ਅੰਗ ਕੱਢਣ ਦਾ ਕੰਮ ਸ਼ੁਰੂ ਹੋਣ ਹੀ ਵਾਲਾ ਸੀ, ਕਿਉਂਕਿ ਉਸਨੇ ਆਪਣੇ ਅੰਗ ਦਾਨ ਕੀਤੇ ਹੋਏ ਸੀ। ਤਾਂ ਮ੍ਰਿਤਕ ਵਿਅਕਤੀ ਨੇ ਅਚਾਨਕ ਆਪਣਾ ਪੈਰ ਹਿਲਾ ਦਿੱਤਾ। ਇਸ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਹ ਗਹਿਰੀ ਕੋਮਾ ਦੇ ਵਿੱਚ ਹੈ ਤੇ ਉਸਦੀ ਮੌਤ ਨਹੀਂ ਹੋਈ ਤੇ ਹੁਣ ਵੀ ਉਹ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੈ।
ਰਿਆਨ ਮਾਰਲੋ ਇਸ ਵਿਅਕਤੀ ਦਾ ਨਾਮ ਹੈ, 3 ਬੱਚਿਆਂ ਦਾ ਪਿਤਾ ਹੈ। ਪਿਛਲੇ ਮਹੀਨੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਲਿਸਟੀਰੀਆ ਬਿਮਾਰੀ ਤੋਂ ਪੀੜਤ ਹੈ। ਬਾਅਦ ਵਿੱਚ ਰਿਆਨ ਦਾ ਦਿਮਾਗ ਸੁੱਜ ਗਿਆ, ਕੋਮਾ ਦੇ ਵਿੱਚ ਚਲੇ ਗਏ। 27 ਅਗਸਤ ਨੂੰ ਡਾਕਟਰਾਂ ਨੇ ਉਹਨਾਂ ਨੂੰ ਬ੍ਰੇਨ ਡੈਡ ਐਲਾਨ ਦਿੱਤਾ ਤੇ ਫਿਰ ਇੱਕ ਦਿਨ ਅਜਿਹਾ ਆਇਆ ਜਦੋਂ ਇਸ ਬੰਦੇ ਨੂੰ ਮ੍ਰਿਤਕ ਹੀ ਐਲਾਨ ਦਿੱਤਾ ਗਿਆ। ਦਰਅਸਲ ਨਾਰਥ ਕੈਰੋਲੀਨਾ ਦਾ ਇਹ ਕਾਨੂੰਨ ਹੈ ਕਿ ਜੇ ਕਿਸੇ ਇਨਸਾਨ ਦਾ ਦਿਮਾਗ ਕੰਮ ਕਰਨਾ ਬੰਦ ਕਰ ਦੇਵੇ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਜਿਵੇਂ ਹੀ ਉਸ ਦੀ ਪਤਨੀ ਨੂੰ ਖਬਰ ਮਿਲੀ, ਪਤਨੀ ਮੇਗਨ ਨੂੰ, ਤਾਂ ਉਸਨੇ ਇਸ ਗੱਲ ਤੇ ਯਕੀਨ ਨਹੀਂ ਕੀਤਾ ਤੇ ਨਾ ਹੀ ਕਰਨਾ ਚਾਹੁੰਦੀ ਸੀ ਤੇ ਫਿਰ ਇੱਕ ਵਾਰੀ ਤਾਂ ਉਹ ਆਪਣੇ ਘਰ ਚਲੀ ਗਈ। ਡਾਕਟਰਾਂ ਨੇ ਫਿਰ ਤਰੀਕ ਦੇ ਦਿੱਤੀ ਕਿ ਇਸ ਤਰੀਕ ਨੂੰ ਇਸ ਦੇ ਜਿਹੜੇ ਅੰਗ ਨੇ ਉਹ ਕੱਢ ਦਿੱਤੇ ਜਾਣੇ ਨੇ ਤੇ ਅਗਲੀ ਸਵੇਰ ਨੂੰ ਰਿਆਨ ਨੂੰ ਲਾਈਫ ਸਪੋਰਟ ਤੋਂ ਹਟਾ ਕੇ ਅੰਗ ਕੱਢੇ ਜਾਣ ਦੀ ਪ੍ਰਕਿਰਿਆ ਜਦੋਂ ਸ਼ੁਰੂ ਕੀਤੀ ਤਾਂ ਸਰਜਰੀ ਤੋਂ ਪਹਿਲਾਂ ਹੀ ਰਿਆਨ ਦੀ ਪਤਨੀ ਅਤੇ ਉਸ ਦਾ ਭਤੀਜਾ ਪਹੁੰਚ ਗਏ। ਰਿਆਨ ਦਾ ਬੱਚਿਆਂ ਦੇ ਨਾਲ ਖੇਡਦੇ ਦਾ ਇੱਕ ਪੁਰਾਣਾ ਵੀਡੀਓ ਚਲਾਉਣ ਲੱਗ ਪਏ, ਜਿਸ ਤੋਂ ਬਾਅਦ ਰਿਆਨ ਨੇ ਆਪਣਾ ਪੈਰ ਹਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਦਿਲ ਦੀ ਧੜਕਣ ਵੀ ਵੱਧ ਗਈ। ਜਦੋਂ ਪਤਨੀ ਨੇ ਉਹਦਾ ਹੱਥ ਫੜਿਆ ਤਾਂ ਦਿਲ ਦੀ ਧੜਕਣ ਵੱਧ ਗਈ। ਫਿਰ ਡਾਕਟਰਾਂ ਨੇ ਕਿਹਾ ਕਿ ਬ੍ਰੇਨ ਡੈਡ ਨਹੀਂ ਹੈ, ਉਹ ਕੋਮਾ ਦੇ ਵਿੱਚ ਹੈ। ਹਾਲਾਂਕਿ ਰਿਆਨ ਦੀ ਹਾਲਤ ਬਹੁਤ ਕ੍ਰਿਟੀਕਲ ਹੈ, ਰਿਸਪੌਂਡ ਨਹੀਂ ਕਰ ਰਹੇ, ਅੱਖਾਂ ਵੀ ਹਾਲੇ ਤੱਕ ਨਹੀਂ ਖੋਲੀਆਂ, ਪਰ ਇਨਸਾਨ ਜਿਉਂਦਾ ਹੈ। ਇੰਗਲੈਂਡ ਦੀ ਮਹਾਰਾਣੀ ਦੀ ਮੌਤ ਤੋਂ ਬਾਅਦ ਕੋਹਿਨੂਰ ਹੀਰੇ ਦੀ ਮੁੜ ਤੋਂ ਚਰਚਾ ਹੋਣ ਲੱਗੀ ਹੈ। ਜਿੱਥੇ ਪੰਜਾਬੀਆਂ ਨੇ ਇੰਗਲੈਂਡ ਦੀ ਮਹਾਰਾਣੀ ਦੀ ਮੌਤ ਤੇ ਖੂਬ ਪੋਸਟਾਂ ਪਾਈਆਂ, ਸ਼ਰਧਾਂਜਲੀਆਂ ਦਿੱਤੀਆਂ, ਉੱਥੇ ਕੋਹਿਨੂਰ ਹੀਰੇ ਦੀ ਮੰਗ ਵੀ ਹੋਣ ਲੱਗੀ। ਪੰਜਾਬੀ ਕਹਿੰਦੇ ਸੀ ਕਿ ਜਾਣ ਤੋਂ ਪਹਿਲਾਂ ਸਾਡਾ ਹੀਰਾ ਤਾਂ ਮੁੜ ਜਾਂਦੀ। ਤੇ ਹੁਣ ਇੱਕ ਨਵਾਂ ਹੀ ਬਿਆਨ ਸਾਹਮਣੇ ਆਇਆ ਹੈ ਉੜੀਸਾ ਦੇ ਵਿੱਚ ਸਮਾਜਿਕ ਸੱਭਿਆਚਾਰਕ ਸੰਸਥਾ ਦੇ ਵੱਲੋਂ। ਇਸ ਸੰਸਥਾ ਨੇ ਦਾਅਵਾ ਕੀਤਾ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਸੰਸਥਾ ਨੇ ਬਰਤਾਨੀਆ ਤੋਂ ਇਸ ਨੂੰ ਇਤਿਹਾਸਿਕ ਪੁਰੀ ਮੰਦਰ ਦੇ ਲਈ ਵਾਪਸ ਲਿਆਉਣ ਵਾਸਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦਖਲ ਦੀ ਮੰਗ ਕੀਤੀ ਹੈ ਕਿ ਰਾਸ਼ਟਰਪਤੀ ਬਰਤਾਨੀਆ ਤੋਂ ਕੋਹਿਨੂਰ ਹੀਰਾ ਵਾਪਸ ਲੈ ਕੇ ਆਉਣ। ਇੰਗਲੈਂਡ ਦੇ ਵਿੱਚ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਪ੍ਰਿੰਸ ਚਾਰਲਸ ਉੱਥੋਂ ਦਾ ਮਹਾਰਾਜਾ ਬਣ ਗਿਆ ਤੇ ਨਿਯਮਾਂ ਦੇ ਵਜੋਂ 105 ਕੈਰੇਟ ਦਾ ਹੀਰਾ ਉਸ ਦੀ ਪਤਨੀ ਕੈਮਲਾ ਨੂੰ ਹੁਣ ਮਿਲ ਜਾਏਗਾ। ਪਹਿਲਾਂ ਇਹ ਮਹਾਰਾਣੀ ਦੇ ਤਾਜ ਵਿੱਚ ਸਜਾਇਆ ਹੁੰਦਾ ਸੀ। ਪੁਰੀ ਸਥਿਤ ਸੰਸਥਾ ਜਗਨਨਾਥ ਸੈਨਾ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਕਿ ਉਹ ਕੋਹਿਨੂਰ ਹੀਰੇ ਨੂੰ 12ਵੀਂ ਸਦੀ ਦੇ ਮੰਦਰ ਵਿੱਚ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਲਈ ਦਖਲ ਦੇਣ। ਸੈਨਾ ਦੇ ਲੀਡਰ ਪ੍ਰਿਯਦਰਸ਼ਨ ਪਟਨਾਇਕ ਨੇ ਮੈਮੋਰੈਂਡਮ 'ਚ ਕਿਹਾ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ, ਹੁਣੇ ਇੰਗਲੈਂਡ ਦੀ ਮਹਾਰਾਣੀ ਕੋਲੇ ਹੈ। ਕਿਰਪਾ ਕਰਕੇ ਸਾਡੇ ਪ੍ਰਧਾਨ ਮੰਤਰੀ ਨੂੰ ਇਸ ਨੂੰ ਭਾਰਤ ਲਿਆਉਣ ਦੇ ਲਈ ਕਦਮ ਚੁੱਕਣ ਵਾਸਤੇ ਕਿਹਾ ਜਾਵੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇੱਛਾ ਮੁਤਾਬਕ ਇਸ ਨੂੰ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ। ਯਾਨੀ ਕਿ ਉਹਨਾਂ ਨੇ ਇੱਕ ਨਵੀਂ ਗੱਲ ਕੱਢ ਲਈ ਹੈ ਕਿ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਗਿਆ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਨਾਦਰ ਸ਼ਾਹ ਦੇ ਵਿਰੁੱਧ ਲੜਾਈ ਜਿੱਤੀ ਸੀ ਤਾਂ ਇਹ ਹੀਰਾ ਉਹਨਾਂ ਨੇ ਜਗਨਨਾਥ ਭਗਵਾਨ ਨੂੰ ਦਾਨ ਕੀਤਾ ਸੀ। ਪਰ ਇਸ ਤੇ ਇਤਿਹਾਸਕਾਰ ਅਤੇ ਖੋਜਕਾਰ ਅਨਿਲ ਧੀਰ ਕਹਿੰਦੇ ਨੇ ਕਿ ਹੀਰਾ ਮੰਦਰ ਨੂੰ ਨਹੀਂ ਸੌਂਪਿਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਦੀ 1839 ਦੇ ਵਿੱਚ ਮੌਤ ਹੋ ਗਈ ਸੀ। ਅੰਗਰੇਜ਼ਾਂ ਨੇ 10 ਸਾਲ ਬਾਅਦ ਮਹਾਰਾਜੇ ਦੇ ਸਭ ਤੋਂ ਛੋਟੇ ਪੁੱਤਰ ਤੇ ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਤੋਂ ਕੋਹਿਨੂਰ ਹੀਰਾ ਖੋਹ ਲਿਆ ਸੀ, ਇੰਗਲੈਂਡ ਲੈ ਗਏ ਸੀਗੇ। ਹਾਲਾਂਕਿ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਦਾਨ ਦੇ ਵਿੱਚ ਮਿਲਿਆ ਸੀ ਕੋਹਿਨੂਰ ਹੀਰਾ, ਪਰ ਅੰਗਰੇਜ਼ਾਂ ਨੇ ਦਲੀਪ ਸਿੰਘ ਤੋਂ ਇਹ ਹੀਰਾ ਖੋਹ ਲਿਆ ਸੀ ਤੇ ਅੱਜ ਤੱਕ ਮੁੜ ਕੇ ਇਹ ਵਾਪਸ ਨਹੀਂ ਮਿਲਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।